ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 75 ਸੇ ਆਖਰੀ ਪੰਕਤੀ है। ਤੀਜੈ ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ, ਸਰ ਹੰਸ ਉਲੱਥੜੇ ਆਏ। ਇਹਨੂੰ ਉਲਥੜੇ ਨਹੀਂ ਪੜ੍ਹਨਾ, ਉਲੱਥੜੇ ਆਏ। बाबा जी पहले तो बात है तुझे पहरे रैन के वंजारे मित्रा पार जो गुण में मत। अच्छा, ਹੇਠੋਂ ਪੰਜਵੀਂ ਪੰਕਤੀ ਹੈ, ਅੰਗ ਨੰਬਰ 75। ਹੇਠੋਂ ਪੰਜਵੀਂ ਪੰਕਤੀ ਹੈ, ਇੱਕ ਨੰਬਰ ਤੋਂ ਬਾਅਦ। ਦੂਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਭਾਰ ਜੋਬਨ ਮੈਂ ਮਤ। ਇਹਨੂੰ ਮੈਂ ਪੜ੍ਹਨਾ। ਮੈਂ ਸ਼ਰਾਬ ਨੂੰ ਕਹਿੰਦੇ ਨੇ। ਫਾਰਸੀ ਉਰਦੂ ਵਾਲੇ ਸ਼ਰਾਬ ਨੂੰ ਕੀ ਕਹਿੰਦੇ ਨੇ? ਮੈਂ, ਜਿਹਨੂੰ ਅੱਜ ਕੱਲ੍ਹ ਠੇਕਾ ਕਹਿੰਦੇ ਨੇ। ਉਰਦੂ 'ਚ ਜਾਂ ਫਾਰਸੀ 'ਚ ਅਸੀਂ ਮੈਂ ਖਾਨਾ, ਖਾਨਾ ਘਰ ਨੂੰ ਕਹਿੰਦੇ ਨੇ। ਮੈਂ ਖਾਨਾ ਜਿੱਥੇ ਸ਼ਰਾਬ ਮਿਲਦੀ ਹੈ, ਜਿਹਨੂੰ ਅੱਜ ਕੱਲ੍ਹ ਠੇਕਾ ਕਹਿੰਦੇ ਨੇ। ਇਸ ਲਈ ਇਹਨੂੰ ਮੈਂ ਨਹੀਂ ਪੜ੍ਹਦੇ ਨਾ, ਮੈਂ ਪੜ੍ਹਨਾ। ਦੂਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮਤ। ਅਹਨਿਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧਲੇ ਨਾਮ ਨ ਚਿਤ। ਰਾਮ ਨਾਮ ਕਟ ਅੰਤਰ ਨਾਹੀਂ, ਹੋਰ ਜਾਣੈ ਰਸ ਕਸ ਮੀਠੇ। ਗਿਆਨ ਧਿਆਨ ਗੁਣ ਸੰਜਮ ਨਾਹੀਂ, ਜਨਮ ਮਰੋਗੇ ਝੂਠੇ। ਤੀਰਥ ਵਰਤ ਸੁਚ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ। ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਹੁਣ ਦੂਜਾ ਪੈਰ ਜ਼ਿੰਦਗੀ ਦੀ ਦੂਸਰੀ ਅਵਸਥਾ ਆ ਗਈ ਹੈ। ਜਵਾਨੀ ਆ ਗਈ ਹੈ, ਬਚਪਨ ਲੰਘ ਗਿਆ ਹੈ। ਦੂਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰ। ਹੇ ਵਣਜਾਰਿਆ ਮਿੱਤਰ, ਰਾਤ ਦੇ ਦੂਜੇ ਪਹਿਰ, ਭਾਵ ਜ਼ਿੰਦਗੀ ਦੇ ਦੂਸਰੇ ਹਿੱਸੇ 'ਚ। ਪਰ ਜੋਬਨ ਮੈਂ ਮਤ, ਭਰ ਜਵਾਨੀ ਹੁੰਦੀ ਹੈ ਅਤੇ ਨਸ਼ਈ ਮਤ ਹੁੰਦੀ ਹੈ। ਜਿਵੇਂ ਸ਼ਰਾਬ ਪੀਤੀ ਹੋਏ ਬੰਦਾ ਨਸ਼ੇ 'ਚ ਹੋਰ ਕੁਝ ਬੋਲੀ ਜਾਂਦਾ, ਉਹਦੀ ਮਤ ਪੂਰਾ ਕੰਮ ਨਹੀਂ ਕਰਦੀ। ਸ਼ਰਾਬੀ ਮਤ, ਨਸ਼ਈ ਮਤ। ਮੈਂ ਹੰਕਾਰ ਨੂੰ ਵੀ ਕਹਿੰਦਾ, ਹੰਕਾਰੀ ਮਤ। ਜਿਹੜੀ ਮਤ ਹੈ ਪਰ ਜਵਾਨੀ ਦੇ ਵਿੱਚ, ਜਿਹੜੀ ਮਤ ਉਹ ਜਿਹੜਾ ਹੈ ਇਸ ਤਰ੍ਹਾਂ ਹੋਏ ਜਿਵੇਂ ਬੰਦੇ ਨੇ ਕੋਈ ਨਸ਼ਾ ਕੀਤਾ ਹੁੰਦਾ, ਸ਼ਰਾਬ ਪੀਤੀ ਹੁੰਦੀ, ਉਹਨੂੰ ਭੁੱਲ ਹੀ ਜਾਂਦੀ ਅਸਲੀਅਤ। ਕਿਉਂਕਿ ਜੇ ਸ਼ਰਾਬ ਚੜ੍ਹ ਜਾਏ ਨਾ, ਅਸਲੀਅਤ ਭੁੱਲ ਜਾਂਦੀ ਹੈ। ਪੁਰਾਣੇ ਜ਼ਮਾਨੇ 'ਚ ਖਾਸ ਕਰਕੇ ਯੂਨਾਨ ਦੇ ਵਿੱਚ ਹਰ ਇੱਕ ਸ਼ਹਿਰ ਦਾ ਇੱਕ ਰਾਜਾ ਹੁੰਦਾ ਸੀ ਅਤੇ ਹਰ ਇੱਕ ਸ਼ਹਿਰ ਦਾ ਇੱਕ ਦੇਵਤਾ ਹੁੰਦਾ ਸੀ। ਹਰ ਸ਼ਹਿਰ ਦਾ ਅੱਡ ਅੱਡ ਦੇਵਤਾ ਹੁੰਦਾ ਸੀ। ਇਸ ਲਈ ਯੂਨਾਨ 'ਚ ਕਈ 100 ਦੇਵਤੇ ਪੂਜੇ ਜਾਂਦੇ ਸਨ। ਉੱਥੇ ਜਿਹੜਾ ਹੈ 600 ਤੋਂ, ਛੋਟਾ ਜਿਹਾ ਦੇਸ਼ ਹੈ ਯੂਨਾਨ, 600 ਤੋਂ ਵੱਧ ਰਾਜੇ ਸਨ ਇੱਕ ਸ਼ਹਿਰ ਦਾ। ਜਿਵੇਂ ਦੇਖੋ ਪੰਜਾਬ ਦੇ ਵਿੱਚ ਵੀ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਜੀਂਦ, ਮਹਾਰਾਜਾ ਫਰੀਦਕੋਟ, ਹਾਂ, ਇਸ ਤਰ੍ਹਾਂ ਰਾਜੇ ਸਨ ਛੋਟੇ ਛੋਟੇ। ਇੱਕ ਰਾਜੇ ਨੇ ਦੂਜੇ ਰਾਜੇ ਨੂੰ ਪ੍ਰੀਤੀ ਭੋਜਨ 'ਤੇ ਇਨਵਾਈਟ ਕੀਤਾ, ਮੇਰੇ ਰੋਟੀ ਖਾਣੀ ਹੈ ਤੁਸੀਂ। ਜਿਸ ਨੂੰ ਸੱਦਿਆ ਸੀ ਉਹ ਰਥ ਤਿਆਰ ਕਰਕੇ, ਉਦੋਂ ਕਾਰਾਂ ਤਾਂ ਹੁੰਦੀਆਂ ਨੇ ਸੀ, ਰਥ ਹੁੰਦੇ, ਜਾਂ ਰਾਜੇ ਘੋੜੇ ਜਾਂ ਹਾਥੀਆਂ 'ਤੇ ਜਾਂਦੇ ਹੁੰਦੇ ਸਨ। ਰਥ 'ਤੇ ਬੈਠਾ, ਨਾਲ ਆਪਣਾ ਇੱਕ ਮੰਤਰੀ ਲੈ ਲਿਆ, ਦੋਨੋਂ ਚਲੇ ਗਏ। ਇਹ ਜਿਹੜੀ ਸ਼ਰਾਬ ਹੈ ਬਹੁਤ ਪੁਰਾਣੇ ਜ਼ਮਾਨੇ ਤੋਂ ਪੀਤੀ ਜਾ ਰਹੀ ਹੈ। ਸ਼ਰਾਬ ਪੀਣ ਲੱਗ ਪਏ ਰਾਜੇ ਦੋਨੋਂ।
ਕਈਆਂ ਨੂੰ ਇਹਨੇ ਛੇਤੀ ਚੜ੍ਹਦੀ ਹੈ। ਜਿਹਨੂੰ ਸੱਦਿਆ ਸੀ ਰੋਟੀ 'ਤੇ, ਉਸ ਰਾਜੇ ਨੇ ਜੋ 2-3 ਪੈਗ ਲਾਏ, ਉਹ ਵਾਧੂ ਘਾਟੂ ਬੋਲਣ ਲੱਗ ਪਿਆ। ਮੰਤਰੀ ਨੇ ਸੋਚਿਆ ਵੀ ਜੇ ਇਹਨੇ ਸ਼ਰਾਬ ਪੀ ਕੇ ਆਪਣੇ ਰਾਜ ਦਾ ਕੋਈ ਭੇਤ ਦੇ ਦਿੱਤਾ, ਇਹ ਦੂਜਾ ਰਾਜਾ ਤਾਂ ਸਾਡੇ 'ਤੇ ਹਮਲਾ ਕਰ ਦੇਗਾ। ਉਹ ਛੇਤੀ ਨੂੰ ਸਮਝਾ ਬੁਝਾ ਕੇ ਨਾ ਉਹ ਤੋਂ ਛੇਤੀ ਵਾਪਸ ਲੈ ਆਇਆ। ਆਉਂਦਿਆਂ ਨੂੰ ਰਾਤ ਪੈ ਗਈ। ਜਿਹੜਾ ਪਹਿਰੇਦਾਰ ਸੀ ਮਹਿਲ ਦੇ ਦੁਆਰੇ, ਉਹ ਪਹਿਰਾ ਦੇ ਰਿਹਾ ਸੀ। ਬੰਦੂਕ ਉਹਦੇ ਕੋਲ ਹੈ, ਖਾਕੀ ਵਰਦੀ ਪਾ ਰੱਖੀ। ਰਾਜੇ ਨੂੰ ਭੁੱਲ ਹੀ ਗਿਆ ਮੈਂ ਰਾਜਾ, ਕਿ ਪੀ ਲਈ ਨਾ। ਉਹਨੂੰ ਕਹਿੰਦਾ, ਜਿਹੜਾ ਗਾਰਡ ਵਾਲਾ ਸੀ, ਕਹਿੰਦਾ ਓਏ ਆ ਵਰਦੀ ਮੈਨੂੰ ਦੇ ਦੇ। ਉਹ ਬੜਾ ਉੱਠ ਠੰਬਰ ਗਿਆ ਇੱਕ ਵਾਰੀ। ਮੰਤਰੀ ਨੂੰ ਇਸ਼ਾਰਾ ਕਰਤਾ ਵੀ ਦੇ ਦੇ। ਉਹਨੇ ਵਰਦੀ ਦਿੱਤੀ, ਰਾਜੇ ਨੇ ਖਾਕੀ ਵਰਦੀ ਪਾ ਲਈ। ਆ ਮੈਨੂੰ ਬੰਦੂਕ ਵੀ ਦੇ ਦੇ। ਉਹਨੇ ਬੰਦੂਕ ਵੀ ਦੇ ਦਿੱਤੀ। ਹੁਣ ਰਾਜਾ ਆਪਣੇ ਮਹਿਲ ਦੇ ਦੁਆਲੇ ਹੀ ਲੈਫਟ ਰਾਈਟ ਕਰ ਰਿਹਾ। ਚਲੋ, ਉਹ ਨੌਕਰ ਵੀ ਪਹਿਲਾਂ, ਸਿਪਾਹੀ ਵੀ ਖੜ੍ਹਾ ਹੈ ਅਤੇ ਮੰਤਰੀ ਵੀ ਖੜ੍ਹਾ ਹੈ। ਘੰਟੇ ਡੇਢ ਬਾਅਦ ਕੁਛ ਉਤਰੀ ਹੈ ਤਾਂ ਸੋਝੀ ਆਈ ਹੈ, ਅਤੇ ਮੰਤਰੀ ਨੂੰ ਪੁੱਛਦਾ, ਇਹ ਮੈਨੂੰ ਖਾਕੀ ਵਰਦੀ ਕਿਹਨੇ ਪਵਾਈ ਹੈ? ਇਹ ਮੇਰੇ ਮੋਢੇ 'ਤੇ ਬੰਦੂਕ ਕਿਹਨੇ ਰੱਖੀ? ਉਹਨੇ ਦੱਸਿਆ ਜੀ ਵੀ ਤੁਹਾਨੂੰ ਸ਼ਰਾਬ ਚੜ੍ਹ ਗਈ ਸੀ, ਅਤੇ ਮੈਂ ਸੋਚਿਆ ਵੀ ਕੋਈ ਦੇਸ਼ ਦਾ ਤੁਸੀਂ ਭੇਤ ਨਾ ਦੇ ਦਿਓ ਬਗਾਨਿਆਂ ਨੂੰ, ਮੈਂ ਇਸ ਲਈ ਤੁਹਾਨੂੰ ਛੇਤੀ ਉੱਥੋਂ ਲੈ ਆਇਆ ਸੀ। ਹੁਣ ਤੁਹਾਡੀ ਉਤਰ ਗਈ ਹੈ, ਇਸ ਲਈ ਹੁਣ ਤੁਹਾਨੂੰ ਪਤਾ ਲੱਗਾ ਤੁਸੀਂ ਰਾਜੇ ਹੋ। ਪਹਿਲਾਂ ਤੁਸੀਂ ਆਪਣਾ ਇੱਕ ਸਧਾਰਨ ਕਰਮਚਾਰੀ ਆਪਣੇ ਆਪ ਨੂੰ ਸਮਝੀ ਗਏ। ਇਸੇ ਤੇ ਕਿਉਂਕਿ ਸ਼ਰਾਬ ਪੀ ਲਈ, ਮੱਤ ਮਾਰੀ ਗਈ ਹੈ, ਯਾਦ ਹੀ ਨਹੀਂ ਰਿਹਾ ਕਿ ਮੈਂ ਰਾਜਾ ਹੂੰ, ਮੈਂ ਰਾਜਾ। ਬਾਣੀ ਕਹਿੰਦੀ, ਹੇ ਇਨਸਾਨ ਤੂੰ ਰੱਬ ਰੂਪ ਹੈ, ਪਰ ਤੇਰੇ 'ਤੇ ਮਾਇਆ ਦਾ ਪਰਦਾ ਪਿਆ ਹੋਣ ਕਰਕੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਆਪ ਹੀ ਰੱਬ ਹੈ। ਤੈਨੂੰ ਪਤਾ ਹੀ ਨਹੀਂ ਕਿ ਤੂੰ ਆਪ ਹੀ ਰੱਬ ਹੈ, ਮਾਇਆ ਦਾ ਪਰਦਾ ਪਿਆ ਹੋਇਆ ਹੈ। ਜਦੋਂ ਤੂੰ ਨਾਮ ਜਪੇਂਗਾ, ਇੱਕ ਤੇਰੇ ਮਾਇਆ ਦਾ ਪਰਦਾ ਲੈ ਜਾਏਗਾ, ਫਿਰ ਤੈਨੂੰ ਪਤਾ ਲੱਗੇਗਾ ਜਿਸ ਦਾ ਮੈਂ ਨਾਮ ਜਪ ਰਿਹਾ ਉਹ ਤਾਂ ਮੈਂ ਹੀ ਸੀ, ਉਹ ਤਾਂ ਮੈਂ ਆਪ ਹੀ ਸੀ। ਕਹਿ ਤੂੰ ਹੈ ਤਾਂ ਰੱਬ ਹੀ, ਪਰ ਮਾਇਆ ਦਾ ਪਰਦਾ ਪੈਣ ਕਰਕੇ ਤੂੰ ਐਵੇਂ ਚਪੜਾਸੀ ਬਣਿਆ ਫਿਰਦਾ, ਇੱਕ ਸਧਾਰਨ ਮਨੁੱਖ ਬਣਿਆ ਫਿਰਦਾ। ਧਰਮ ਕਹਿੰਦਾ ਨਾਮ ਜਪੋ, ਸਮਾਂ ਪਾ ਕੇ ਮਾਇਆ ਦਾ ਪਰਦਾ ਲੈ ਜਾਓ, ਤੁਹਾਨੂੰ ਅਸਲੀਅਤ ਪਤਾ ਲੱਗ ਜਾਏ, ਤੁਸੀਂ ਤਾਂ ਸੰਸਾਰ ਦੇ ਸ਼ਹਿਨਸ਼ਾਹ ਹੋ। ਸਾਡਾ ਹਾਲ ਵੀ ਉਸ ਰਾਜੇ ਵਰਗਾ ਹੀ ਹੈ। ਉਹਨੇ ਸ਼ਰਾਬ ਪੀ ਕੇ ਉਹ ਅਸਲੀਅਤ ਭੁੱਲ ਗਈ। ਸਾਨੂੰ ਮਾਇਆ ਨੇ ਜਿਹੜਾ ਹੈ, ਇਹਨੇ ਅਸਲੀਅਤ ਭੁਲਾ ਦਿੱਤੀ ਹੈ। ਸੋ ਤਾਂ ਕਹਿੰਦੇ ਨੇ ਜਵਾਨੀ 'ਚ ਨਾ ਆ ਕੇ ਜਿਹੜੀ ਮੱਤ ਹੈ ਉਹ ਨਸ਼ਈ ਹੋ ਜਾਂਦੀ ਹੈ। ਮੱਤ ਫਿਰ ਪੂਰਾ ਕੰਮ ਨਹੀਂ ਕਰਦੀ, ਬੰਦਾ ਜਵਾਨੀ ਦੇ ਨਸ਼ੇ 'ਚ ਹੁੰਦਾ ਹੈ। ਅਹਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਾ ਚਿਤ। ਅਹਨਸ ਹੁੰਦਾ ਦਿਨ ਰਾਤ, ਦਿਨ ਰਾਤ ਉਹ ਕਾਮ ਦੇ ਵਿੱਚ ਲੱਗਾ ਰਹਿੰਦਾ ਹੈ। ਅੰਧਲੇ ਨਾਮ ਨਾ ਚਿਤ, ਇਸ ਅੰਧਲੇ ਅੰਨੇ ਨੂੰ ਭਾਵ ਮੂਰਖ ਨੂੰ, ਇਸ ਮੂਰਖ ਇਨਸਾਨ ਨੂੰ ਨਾਮ ਯਾਦ ਹੀ ਨਹੀਂ ਆਉਂਦਾ ਵੀ ਨਾਮ ਵੀ ਜਪਣਾ, ਕਿਉਂਕਿ ਜਵਾਨੀ ਹੈ, ਜਵਾਨੀ ਦਾ ਆਪਣਾ ਨਸ਼ਾ ਹੈ। ਉਹਨੂੰ ਭੁੱਲ ਹੀ ਗਿਆ ਕਿ ਮੈਂ ਇਸ ਸੰਸਾਰ 'ਚ ਕੀ ਕੰਮ ਕਰਨਾ ਹੈ। ਉਹ ਦਿਨ ਰਾਤ ਕਾਮ 'ਚ ਹੀ ਲੱਗਾ ਰਹਿੰਦਾ ਹੈ, ਅਤੇ ਇਸ ਮੂਰਖ ਇਨਸਾਨ ਨੂੰ ਨਾਮ ਨਹੀਂ ਯਾਦ ਆਉਂਦਾ। ਅੰਧਲੇ ਭਾਵ ਅਗਿਆਨੀ। ਰਾਮ ਨਾਮ ਕਟ ਅੰਤਰ ਨਾਹੀਂ, ਹੋਰ ਜਾਣੈ ਰਸ ਕਸ ਮੀਠੇ। ਰਾਮ ਦਾ ਨਾਮ ਉਹਦੇ ਹਿਰਦੇ 'ਚ ਵਸਦਾ ਹੀ ਨਹੀਂ ਹੈ, ਹੋਰ ਖੱਟੇ ਮਿੱਠੇ ਸਵਾਦਾਂ ਨੂੰ ਜਾਣਦਾ ਹੈ। ਰਸ ਕਸ ਖੱਟੇ ਮਿੱਠੇ, ਬਸ ਖੱਟੇ ਮਿੱਠੇ ਸਵਾਦਾਂ ਦਾ ਤੁਹਾਨੂੰ ਪਤਾ ਹੈ, ਪਰਮਾਤਮਾ ਦਾ ਨਾਮ ਤਾਂ ਉਹਦੇ ਹਿਰਦੇ 'ਚ ਵਸਦਾ ਹੀ ਨਹੀਂ ਹੈ। ਗਿਆਨ ਧਿਆਨ ਗੁਣ ਸੰਜਮ ਨਾਹੀਂ, ਨਾ ਕੋਈ ਰੱਬੀ ਗਿਆਨ ਹੈ, ਨਾ ਕੋਈ ਰੱਬ ਨਾਲ ਧਿਆਨ ਜੁੜਦਾ,
ਨਾ ਕੋਈ ਰੱਬੀ ਗੁਣ ਹੈ, ਨਾ ਕੋਈ ਸੰਜਮ ਆਪਣੀ ਇੰਦਰੀਆਂ ਦੇ ਕੰਟਰੋਲ ਹੈ। ਜਨਮ ਮਰੋਗੇ ਝੂਠੇ, ਹੈ ਝੂਠੇ ਇਨਸਾਨ, ਤੁਸੀਂ ਜੰਮਦੇ ਮਰਦੇ ਰਹੋਗੇ, ਜੰਮਦੇ ਮਰਦੇ ਰਹੋਗੇ, ਤੁਹਾਡਾ ਜੰਮਣ ਮਰਨ ਦਾ ਚੱਕਰ ਖਤਮ ਹੀ ਨਹੀਂ ਹੋਣਾ। ਤੀਰਥ ਵਰਤ ਸੁਚ ਸੰਜਮ ਨਹੀਂ, ਕਰਮ ਧਰਮ ਨਹੀਂ ਪੂਜਾ। ਨਾ ਕੋਈ ਤੀਰਥ ਇਸ਼ਨਾਨ ਕਰਦਾ ਤੂੰ, ਨਾ ਕੋਈ ਵਰਤ ਰੱਖਦਾ, ਨਾ ਕੋਈ ਸੁੱਚ ਸੁਚਤਾ ਰੱਖਦਾ, ਨਾ ਕੋਈ ਸੰਜਮ ਇੰਦਰੀਆਂ 'ਤੇ ਕੰਟਰੋਲ ਰੱਖਦਾ, ਨਾ ਕੋਈ ਧਾਰਮਿਕ ਕਰਮ ਕਰਦਾ, ਨਾ ਕੋਈ ਕਿਸੇ ਮੂਰਤੀ ਦੀ ਪੂਜਾ ਕਰਦਾ। ਇਸ ਲਈ ਤੇਰਾ ਧਿਆਨ ਇੱਧਰ ਨੂੰ ਹੈ ਹੀ ਨਹੀਂ, ਧਾਰਮਿਕ ਕੰਮਾਂ ਵੱਲ। ਬਸ ਤੂੰ ਤਾਂ ਕਹਿੰਦਾ ਕਾਮ ਦੇ ਵਿੱਚ ਫਸਿਆ ਹੋਇਆ, ਉੱਧਰ ਦਿਨ ਰਾਤ ਲੱਗਾ ਰਹਿਣਾ। ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਪ੍ਰੇਮਾ ਭਗਤੀ, ਭਾਏ ਭਗਤ ਪ੍ਰੇਮਾ ਭਗਤੀ ਨੂੰ ਕਹਿੰਦੇ ਨੇ। ਪ੍ਰੇਮਾ ਭਗਤੀ ਦੇ ਨਾਲ ਨਿਸਤਾਰਾ, ਸਾਡਾ ਪਾਰ ਉਤਾਰਾ ਹੋਣਾ। ਪਿਆਰ ਸਹਿਤ ਭਗਤੀ ਕਰਨੀ। ਸਿੱਖ ਨੂੰ ਤਪੱਸਿਆ ਮਨਾ ਕੀਤੀ ਹੈ। ਤਪੱਸਿਆ ਦੇ ਵਿੱਚ ਸਰੀਰ ਨੂੰ ਅਨੇਕਾਂ ਪ੍ਰਕਾਰ ਦਾ ਕਸ਼ਟ ਦਿੱਤਾ ਜਾਂਦਾ ਹੈ। ਧਰਮ ਕਹਿੰਦਾ ਸਰੀਰ ਨੂੰ ਕਸ਼ਟ ਦੇਣ ਨਾਲ ਪਰਮਾਤਮਾ ਨਹੀਂ ਮਿਲਦਾ, ਪਰਮਾਤਮਾ ਅਤੇ ਪਰਮਾਤਮਾ ਨੂੰ ਪਿਆਰ ਕਰਨ ਨਾਲ ਮਿਲਦਾ ਹੈ। ਸੋ ਪ੍ਰੇਮਾ ਭਗਤੀ ਕਰਨੀ ਹੈ, ਸਰੀਰ ਨੂੰ ਕਸ਼ਟ ਨਹੀਂ ਦੇਣਾ ਹੈਗਾ। ਦੁਬਦਾ ਵਿਆਪੈ ਦੂਜਾ। ਹੇ ਇਨਸਾਨ, ਜੇ ਤੂੰ ਦੁਬਦਾ 'ਚ ਰਹੇਗਾ, ਵਿਆਪੈ ਦੂਜਾ, ਮਾਇਆ ਦਾ ਤੇਰੇ 'ਤੇ ਪ੍ਰਭਾਵ ਰਹੇਗਾ। ਜੇ ਦੁਬਦਾ 'ਚ ਰਹੇਗਾ, ਕਈ ਲੋਕ ਦੁਬਦਾ 'ਚ ਹੀ ਰਹੇ ਸਾਰੇ, ਭਜਨ ਬੰਦਗੀ ਕਰਾਂ ਕਿ ਨਾ ਕਰਾਂ, ਮੈਂ ਆਹ ਕੰਮ ਕਰਾਂ ਕਿ ਨਾ ਕਰਾਂ, ਉੱਥੇ ਜਾਵਾਂ ਕਿ ਨਾ ਜਾਵਾਂ, ਇਮਤਿਹਾਨ ਦੇਵਾਂ ਕਿ ਨਾ ਦੇਵਾਂ। ਉਹਨਾਂ ਦਾ ਫੈਸਲਾ ਹੀ ਨਹੀਂ ਹੁੰਦਾ, ਉਹਨਾਂ ਦਾ ਫੈਸਲਾ ਹੀ ਨਹੀਂ ਹੁੰਦਾ, ਦੁਬਦਾ ਜੀ ਰਹਿ ਜਾਂਦਾ। ਇਸ ਤਰ੍ਹਾਂ ਮਨੁੱਖ ਦੁਬਦਾ ਵਿੱਚ ਹੈ ਕਿ ਮਾਇਆ ਵਾਲੇ ਪਾਸੇ ਜਾਵਾਂ ਕਿ ਧਰਮ ਵਾਲੇ ਪਾਸੇ ਜਾਵਾਂ। ਮਾਇਆ ਵਾਲਾ ਪਾਸਾ ਨੂੰ ਚੰਗਾ ਲੱਗਦਾ ਵੀ ਹਾਂ ਮਾਇਆ ਹੋ ਗਿਆ, ਆਹ ਕਰਾਂਗੇ ਆਹ ਕਰਾਂਗੇ। ਧਰਮ 'ਚ ਉਹ ਸੋਚਦੇ ਵੀ ਇਹ 'ਚ ਕੀ ਮਿਲਣਾ, ਇਹ 'ਚ ਕੀ ਮਿਲਣਾ। ਪਰ ਉਹਨੂੰ ਵਿਚਾਰੇ ਨੂੰ ਗਿਆਨ ਨਹੀਂ ਹੈ ਕਿ ਜਿਹੜਾ ਮਾਇਆ ਕਮਾਉਂਦਾ ਉਹਦੇ ਕੋਲ ਮਾਇਆ ਤਾਂ ਹੁੰਦੀ ਹੈ ਪਰ ਧਰਮ ਨਹੀਂ ਹੁੰਦਾ, ਅਤੇ ਜਿਹੜਾ ਧਰਮ ਕਮਾਉਂਦਾ ਉਹਦੇ ਕੋਲ ਧਰਮ ਵੀ ਹੁੰਦਾ ਅਤੇ ਮਾਇਆ ਵੀ ਹੁੰਦੀ ਹੈ। ਨਾਮ ਜਪਣੇ ਵਾਲੇ ਕੋਲ ਮਾਇਆ ਹੁੰਦੀ ਹੈ, ਉਹ ਗਰੀਬ ਨਹੀਂ ਹੁੰਦਾ। ਨਾਮ ਨੇ ਸਾਨੂੰ ਗਰੀਬ ਰਹਿਣ ਹੀ ਨਹੀਂ ਦੇਣਾ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਤੁਹਾਡੀ ਗਰੀਬੀ ਖਤਮ ਹੋ ਜਾਏਗੀ। ਨਾਮ ਨੇ ਤਾਂ ਗਰੀਬੀ ਰਹਿਣ ਹੀ ਨਹੀਂ ਦੇਣੀ। ਲੋਕ ਗਰੀਬ ਨੇ ਪਰ ਭਜਨ ਬੰਦਗੀ ਨਹੀਂ ਕਰਦੇ, ਧੱਕੇ ਧੋੜੇ ਜਿਹੇ ਖਾਈ ਜਾਂਦੇ ਨੇ। ਖਾਈ ਜਾਓ ਬਈ, ਫਿਰ ਤੁਹਾਡਾ ਕੀ ਕਰੀ ਜਦ ਤੁਸੀਂ ਕਿਸੇ ਗੁਰੂ ਪੀਰ ਦੀ ਮੰਨਣੀ ਨਹੀਂ ਹੈਗੀ। ਕੋਈ ਕੋ ਇਹ ਵਾਹਿਗੁਰੂ ਵਾਹਿਗੁਰੂ ਕਰ ਕਿਵੇਂ ਵੀਰ ਹੋ ਜਾਵਾਂਗਾ ਜੀ? ਵੀ ਤੂੰ ਪਹਿਲਾਂ ਕਰਤੇ ਸਹੀ, ਤੂੰ ਜੋ ਕੰਮ ਕਰ ਉਸੇ 'ਚ ਬਰਕਤ ਹੋ ਜਾਏਗੀ। ਤੇਰੇ ਫਜ਼ੂਲ ਦੇ ਖਰਚੇ ਖਤਮ ਹੋ ਜਾਣਗੇ, ਤੇਰੇ ਦੁਰਘਟਨਾਵਾਂ ਖਤਮ ਹੋ ਜਾਣਗੀਆਂ, ਤੇਰੇ 'ਤੇ ਕੋਈ ਮੁਕੱਦਮਾ ਨਹੀਂ ਚੱਲੇਗਾ। ਜਿਹਨੇ ਬਿਮਾਰੀਆਂ ਘੱਟ ਲੱਗਣਗੀਆਂ, ਤੈਨੂੰ ਆਪੇ ਪੈਸਾ ਬਚੇਗਾ। ਇਸ ਲਈ ਭਜਨ ਬੰਦਗੀ ਕਰਨੀ ਚਾਹੀਦੀ। ਕਿਰਤ ਕਰੋ। ਜਦੋਂ ਅਸੀਂ ਭਜਨ ਬੰਦਗੀ ਕਰਾਂਗੇ, ਪਰਮਾਤਮਾ ਸਾਡੀ ਕਿਰਤ ਦੇ ਵਿੱਚ ਫਿਰ ਵਾਧਾ ਕਰਦਾ ਹੈ। ਉਹ ਜਿਹੜਾ ਹੈ ਸਾਡਾ ਫਜ਼ੂਲ ਦਾ ਕੋਈ ਖਰਚਾ ਨਹੀਂ ਹੋਣ ਦਿੰਦਾ। ਸੋ ਜਿੱਥੇ ਦੁਬਿਧਾ ਹੋਏਗੀ, ਵਿਆਪੈ ਦੂਜਾ, ਦੂਜਾ ਦਾ ਭਾਵ ਮਾਇਆ, ਉੱਥੇ ਫਿਰ ਮਾਇਆ ਪ੍ਰਭਾਵ ਪਾਵੇਗੀ। ਤੀਜੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰ, ਸਾਰੇ ਹੰਸ ਉਲੱਥੜੇ ਆਏ। ਰਾਤ ਦੇ ਤੀਜੇ ਪਹਿਰ, ਭਾਵ ਜ਼ਿੰਦਗੀ ਦਾ ਹੁਣ ਢਲ ਗਈ ਹੈ, ਬੁਢਾਪਾ ਆ ਗਿਆ। ਸਰ ਮੈਨੇ ਸਿਰ ਉੱਤੇ, ਹੰਸ ਮੈਨੇ ਚਿੱਟੇ ਵਾਲ, ਉਲੱਥੜੇ ਮੈਨੇ ਆ ਗਏ। ਦੂਜਾ ਸਿੱਧਾ ਅਰਥ ਕੀ ਹੈ? ਸਰ ਮੈਨੇ ਸਰੋਵਰ, ਹੰਸ ਜਿਹੜੇ ਹੰਸ ਚਿੱਟੇ ਰੰਗ ਦੇ ਹੁੰਦੇ ਨੇ, ਸਰੋਵਰ ਦੇ ਉੱਤੇ ਹੰਸ ਉਤਰ ਆਏ ਹਨ। ਭਾਵ ਸਰ ਸਿਰ ਨੂੰ ਵੀ ਕਹਿੰਦੇ ਨੇ, ਸਰ ਸਿਰ ਨੂੰ ਵੀ ਕਹਿੰਦੇ, ਰਾਰਣ ਸਿਆਲੇ ਸਿਰ ਉੱਤੇ, ਸਿਰ ਵਿੱਚ। ਸਰ ਹੰਸ ਉਲੱਥੜੇ ਆਏ, ਕਹਿੰਦੇ ਸਿਰ ਦੇ ਉੱਤੇ ਚਿੱਟੇ ਵਾਲ ਆ ਜਾਂਦੇ ਹਨ। ਬੁੱਢਾ ਹੋ ਗਿਆ ਨਾ, ਜੋਬਨ ਘਟਿਆ।
ਹੁਣ ਜਵਾਨੀ ਘਟ ਰਹੀ ਹੈ। ਜਰੂਆ ਜਿਣੇ, ਜਰੂਆ ਬੁਢਾਪੇ ਨੂੰ ਕਹਿੰਦੇ ਨੇ, ਜਿਣੇ ਹੁੰਦਾ ਜਿੱਤਣਾ। ਬੁਢਾਪਾ ਹੁਣ ਸਰੀਰ ਨੂੰ ਜਿੱਤ ਰਿਹਾ ਹੈ, ਭਾਵ ਬੁਢਾਪਾ ਜਿਹੜਾ ਬੁਢਾਪੇ ਨੇ ਸਰੀਰ ਨੂੰ ਪਕੜ ਲਿਆ ਵੀ, ਬੰਦਾ ਬੁੱਢਾ ਹੋ ਗਿਆ। ਹੁਣ ਜਵਾਨੀ ਘਟ ਰਹੀ ਹੈ, ਬੁਢਾਪਾ ਵੱਧ ਰਿਹਾ ਹੈ। ਵਣਜਾਰਿਆ ਮਿੱਤਰਾ, ਆਪ ਘਟੈ ਦਿਨ ਜਾਏ। ਆਪ ਉਮਰ ਨੂੰ ਕਹਿੰਦੇ ਨੇ, ਦਿਨ ਜਾਏ, ਜਿਹੜਾ ਜਿਹੜਾ ਦਿਨ ਬੀਤਦਾ ਜਾ ਰਿਹਾ ਉਹਦੇ ਨਾਲ ਉਹਦੀ ਉਮਰ ਘਟਦੀ ਜਾ ਰਹੀ। ਹਰ ਰੋਜ਼ ਉਮਰ ਘਟ ਰਹੀ ਹੈ। ਗੁਰਬਾਣੀ ਵੀ ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਵਿਚਾਰੀ ਨੂੰ ਇਹ ਨਹੀਂ ਪਤਾ ਇਹਦੀ ਉਮਰ ਤੇ ਦਿਨੋਂ ਦਿਨ ਘਟ ਰਹੀ ਹੈ। ਤੇਰਾ ਪੁੱਤਰ ਵੱਡਾ ਨਹੀਂ ਹੋ ਰਿਹਾ, ਇਹ ਕੱਦ 'ਚ ਤੇ ਵੱਡਾ ਹੋ ਰਿਹਾ, ਉਮਰ 'ਚ ਛੋਟਾ ਹੋ ਰਿਹਾ। 50 ਸਾਲ ਲਿਖਾ ਕੇ ਲਸੀ 1 ਸਾਲ ਦਾ ਹੋ ਗਿਆ, 49 ਸਾਲ ਰਹਿ ਗਈ। 2 ਸਾਲ ਦਾ ਹੋ ਗਿਆ, 48 ਸਾਲ ਰਹਿ ਗਈ, ਬਾਕੀ 3 ਸਾਲ ਦਾ ਹੋ ਗਿਆ, 47 ਸਾਲ ਰਹਿ ਗਈ, ਘਟਦਾ ਜਾ ਰਿਹਾ। ਸੋ ਮਾਂ ਸੋਚਦੀ ਮੇਰਾ ਪੁੱਤਰ ਵੱਡਾ ਹੋ ਰਿਹਾ, ਨਹੀਂ, ਐਕਚੁਅਲੀ ਉਹ ਛੋਟਾ ਹੋ ਰਿਹਾ। ਹਰ ਦਿਨ ਜਿਹੜਾ ਸਾਡਾ ਜਾ ਰਿਹਾ ਹੈ ਇਹ ਸਾਡੀ ਉਮਰ ਘਟ ਰਹੀ ਹੈ। ਆਪ ਘਟੈ ਦਿਨ ਜਾਏ। ਆਪ ਮੈਨੇ ਉਮਰ। ਅੰਤਕਾਲ ਪਛਤਾਸੀ ਅੰਧਲੇ, ਜਾਂ ਜਮ ਪਕੜ ਚਲਾਇਆ। ਜਾਂ ਮੈਨੇ ਜਦੋਂ, ਜਿਆ ਹੁੰਦਾ ਜਿਸ, ਜਾਂ ਮੈਨੇ ਜਦੋਂ, ਜਿਵੇਂ ਜਾ ਕਾ ਜਿਸ ਦਾ, ਉਹਨੂੰ ਜਾਂ ਕਾ ਨਹੀਂ ਪੜ੍ਹ ਦੇਣਾ। ਹਿੰਦੀ ਨਾ ਆਉਣ ਕਰਕੇ ਬਹੁਤ ਸਾਰੇ ਪਾਠੀ ਜਾ ਕਾ ਨੂੰ ਜਾਂ ਕਾ, ਤਾ ਕਾ ਨੂੰ ਤਾਂ ਕਾ ਪੜ੍ਹਦੇ ਰਹਿੰਦੇ ਨੇ। ਉਹਨਾਂ ਨੂੰ ਗਿਆਨ ਨਹੀਂ ਵੀ ਜਾ ਕਾ ਤਾ ਕਾ ਹਿੰਦੀ ਦਾ ਸ਼ਬਦ ਹੈ, ਅਤੇ ਹਿੰਦੀ 'ਚ ਬਿਨਾਂ ਬਿੰਦੀ ਤੋਂ ਬੋਲੇ। ਜਾ ਕਾ ਜਿਸ ਦਾ, ਤਾ ਕਾ ਉਸ ਦਾ। ਜਾ ਇੱਥੇ ਹੋਣਾ ਜਾਂ, ਜਾਂ ਮੈਨੇ ਜਦੋਂ, ਜਾਂ ਜਮ ਪਕੜ ਚਲਾਇਆ, ਜਦੋਂ ਜਮਾਂ ਨੇ ਫੜ ਕੇ ਅੱਗੇ ਲਾ ਲਿਆ ਨਾ। ਅੰਤਕਾਲ ਪਛਤਾਸੀ ਅੰਧਲੇ, ਹੇ ਅੰਨਿਆ, ਹੇ ਮੂਰਖ, ਤੂੰ ਫਿਰ ਅੰਤਲੇ ਸਮੇਂ ਪਛਤਾਏਂਗਾ ਵੀ ਓਹੋ ਜੇ ਮੈਂ ਨਾਮ ਜਪ ਲੈਂਦਾ, ਆਹ ਜਮਦੂਤ ਮੈਨੂੰ ਕਿਉਂ ਲੈਣ ਆਉਂਦੇ। ਜਿਵੇਂ ਕਿਸੇ ਨੂੰ ਪੁਲਿਸ ਫੜ ਕੇ ਲੈ ਜੇ, ਫਿਰ ਉਹਨਾਂ ਪਿਆਰ ਤੇ ਕਰਨਾ ਨਹੀਂ, ਉਹਨੂੰ ਫਿਰ ਪਿਆਰ ਤੇ ਨਹੀਂ ਨਾ ਕਰਨਾ। ਫੜ ਕੇ ਲੈ ਕੇ ਪੁਲਿਸ ਵਾਲੇ ਇੰਨੇ ਪਹਿਲਾਂ ਰਾਹ 'ਚ ਹੀ ਕੁੱਟੀ ਜਾਂਦੇ ਹੁੰਦੇ ਸਨ ਪੁਲਿਸ ਵਾਲੇ, ਹੁਣ ਰਾਹ 'ਚ ਨਹੀਂ ਕੁੱਟਦੇ ਵੀ ਲੋਕ ਮੂਵੀਆਂ ਬਣਾ ਲੈਂਦੇ ਨੇ, ਹੁਣ ਥਾਣੇ ਲਿਜਾ ਕੇ ਕੁੱਟਦੇ ਨੇ। ਫਿਰ ਹਾਂ, ਪਹਿਲਾਂ ਤਾਂ ਜਿੱਥੇ ਪਾਲਿਓ ਉੱਥੇ ਹੀ ਛਿੱਲ ਲਾਉਣੀ ਸ਼ੁਰੂ ਕਰ ਦਿੰਦੇ ਸਨ। ਪੁਰਾਣੇ ਜ਼ਮਾਨੇ ਜਿਹੜਾ ਚੋਰ ਨਾ ਹਟੇ ਚੋਰੀਆਂ ਕਰਨ ਤੋਂ ਉਹਨੂੰ ਖੋਤੇ 'ਤੇ ਬਿਠਾ ਲੈਣਾ, ਉਹਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ 'ਚ ਫੇਰਿਆ ਕਰਦੇ ਸਨ। ਹੁਣ ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਪੁਲਿਸ ਵਾਲੇ 'ਤੇ ਮੁਕੱਦਮਾ ਚੱਲਦਾ ਵੀ ਇਹਨੇ ਜਿਹੜਾ ਹੈ ਇਹਦਾ ਮੂੰਹ ਕਾਲਾ ਕਰਤਾ। ਕੀ ਪਤਾ ਕੋਰਟ 'ਚ ਜਾ ਕੇ ਬਰੀ ਹੋ ਜਾਏ। ਜੋ ਕੋਰਟ 'ਚ ਬਰੀ ਹੋ ਜਾਂਦਾ ਸੀ ਤਾਂ ਮਤਲਬ ਉਹਨੇ ਚੋਰੀ ਨਹੀਂ ਕੀਤੀ। ਇਸ ਵਿੱਚ ਜਦੋਂ ਉਹਨੇ ਚੋਰੀ ਨਹੀਂ ਕੀਤੀ ਵੀ ਤੁਸੀਂ ਕੌਣ ਮੂੰਹ ਕਾਲਾ ਕਰਨ ਵਾਲੇ, ਉਲਟਾ ਮੁਕੱਦਮਾ ਚੱਲਦਾ। ਇਸ ਲਈ ਹੁਣ ਨਹੀਂ ਕਾਲਾ ਕਰਦੇ। ਹੁਣ ਸ਼ਰੇਆਮ ਲੋਕਾਂ ਦੇ ਸਾਹਮਣੇ ਨਹੀਂ ਕੁੱਟਦੇ, ਹੁਣ ਥਾਣੇ ਲਿਜਾ ਕੇ ਉਹਦੇ ਤੌੜੀ ਲਾਉਂਦੇ ਨੇ। ਫਿਰ ਉਹ ਕੁੱਟ ਕੱਟ ਕੇ ਫਿਰ ਪੁੱਛਦੇ ਨੇ ਚੋਰੀ ਕਿਉਂ ਕੀਤੀ। ਪਹਿਲਾਂ ਨੇ ਪੁੱਛਦੇ ਚੋਰੀ ਕੀਤੀ, ਫਿਰ ਕੌਣ ਮੰਨਦਾ, ਕੋਈ ਨਹੀਂ ਮੰਨਦਾ। ਛਿੱਲ ਲਾਉਂਦੇ ਨੇ ਐਂ ਜਮਦੂਤ। ਹਾਲਾਂਕਿ ਜਮਦੂਤ ਕੋਈ ਜੱਜ ਨਹੀਂ, ਉਹਨਾਂ ਨੂੰ ਡਿਊਟੀ ਲਾਈ ਸੀ ਕਿ ਤੁਸੀਂ ਫਲਾਣੇ ਬੰਦੇ ਨੂੰ ਫੜ ਕੇ ਲਿਆਓ, ਪਰ ਉਹ ਰਾਹ 'ਚ ਹੀ ਕੁੱਟੀ ਜਾਂਦੇ ਨੇ। ਜਿਵੇਂ ਪਹਿਲਾਂ ਪੁਲਿਸ ਵਾਲੇ ਕੁੱਟ ਲੈਂਦੇ ਨੇ, ਫਿਰ ਜੱਜ ਕੋਲੇ ਲੈ ਕੇ ਜਾਂਦੇ ਨੇ ਬਈ ਜਦੋਂ ਤੁਸੀਂ ਹੁਣ ਕੁੱਟ ਹੀ ਲਿਆ, ਹੁਣ ਜੱਜ ਕੋਲੇ ਕੀ ਲੈ ਕੇ ਚੱਲਿਓ। ਤੁਹਾਡਾ ਕੰਮ ਫੜ ਕੇ ਜੱਜ ਨੇ ਅੱਗੇ ਪੇਸ਼ ਕਰ ਦੇਣਾ, ਜੱਜ ਆਪੇ ਫੈਸਲਾ ਕਰੇਗਾ ਠੀਕ ਹੈ ਕਿ ਗਲਤ ਹੈ। ਅਸੀਂ ਪੁਲਿਸ ਵਾਲਿਆਂ ਨੂੰ ਕੁੱਟਦਾ, ਮਗਰੋਂ ਬਰੀ ਹੋ ਗਿਆ, ਫਿਰ ਉਹ ਜਿਹੜੀ ਵਿਚਾਰੇ ਨੂੰ ਕੁੱਟ ਪਏਗੀ ਉਹਦਾ ਜ਼ਿੰਮੇਵਾਰ ਕੌਣ ਹੈ ਜੀ। ਅਜੇ ਸਾਡੇ ਕਾਨੂੰਨ ਨਹੀਂ ਬਣਿਆ। ਇੱਕ ਦਿਨ ਆ ਸਕਦਾ ਜੇ ਲੋਕ ਜਾਗਰਤ ਹੋ ਜਾਣਗੇ ਕਿ ਦੇਖੋ ਜੀ ਜੱਜ ਨੇ ਮੈਨੂੰ ਬਰੀ ਕਰਤੇ ਤਾਂ ਮੇਰਾ ਕਸੂਰ ਨਹੀਂ, ਇਹ ਪੁਲਿਸ ਨੇ ਮੈਨੂੰ ਕਿਉਂ ਕੁੱਟਿਆ ਜੀ, ਇਹਨੇ ਕਿਉਂ ਕੁੱਟਿਆ ਮੈਨੂੰ, ਇਹਨਾਂ ਦਾ ਮੁਕੱਦਮਾ ਚਲਾਓ ਵੀ ਮੈਂ ਨਜਾਇਜ਼ ਕੁੱਟਿਆ। ਸੋ ਬੜਾ ਅਜੇ ਲੋਕ ਸੁਚੇਤ ਨਹੀਂ ਹੋਏ।
ਜਦੋਂ ਸੁਚੇਤ ਹੋ ਗਏ ਬੜਾ ਔਖਾ ਹੋਣਾ ਹੈ। ਫਿਰ ਨਹੀਂ ਛੇਤੀ ਛੇਤੀ ਕਿਸੇ ਨੂੰ ਕੁੱਟ ਕੱਢ ਸਕਣਾ ਕਿਸੇ ਨੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਅੰਤ ਕਾਲ ਪਛਤਾਸੀ ਅੰਧਲੇ ਜਾਂ ਜਮ ਪਕੜ ਚਲਾਇਆ। ਜਦੋਂ ਜਮਾਂ ਨੇ ਫੜ ਕੇ ਅੱਗੇ ਲਾ ਲੈਣਾ, ਹੇ ਮੂਰਖ ਅੰਧਲੇ ਅੰਨਿਆ ਭਾਵ ਹੇ ਅਗਿਆਨੀਆਂ, ਤੂੰ ਅੰਤਲੇ ਸਮੇਂ ਪਛਤਾਏਂਗਾ। ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨ ਮਹਿ ਭਇਆ ਪਰਾਇਆ। ਤੂੰ ਸਾਰੇ ਕੁਝ ਨੂੰ ਆਪਣਾ ਆਪਣਾ ਕਰਕੇ ਸਾਂਭੀ ਗਿਆ। ਇਹ ਮੇਰਾ, ਇਹ ਮੇਰਾ, ਆਹ ਚੀਜ਼ ਮੇਰੀ ਹੈ। ਖਿਨ ਮਹਿ ਭਇਆ ਪਰਾਇਆ। ਜਦੋਂ ਤੇਰੀ ਜਿੰਦ ਨਿਕਲੀ, ਇੱਕ ਸਾਈਡ ਸਭ ਕੁਝ ਪਰਾਇਆ ਹੋ ਗਿਆ, ਸਭ ਕੁਝ ਪਰਾਇਆ ਹੋ ਗਿਆ। ਹੁਣ ਮੰਨ ਲਓ ਜਿੱਦੇ ਮਰਾਂਗੇ ਮੇਰਾ ਸਾਰਾ ਧਨ ਜੋ ਵੀ ਹੈ ਉਹ ਕਿਸੇ ਨੂੰ ਮਿਲੇਗਾ, ਹੋ ਗਿਆ ਨਾ ਪਰਾਇਆ। ਬੰਦਾ ਕਈਆਂ ਨੇ ਲੋਕਰ ਰੱਖੇ ਹੁੰਦੇ ਨੇ, ਉੱਥੇ ਕਈ ਕੁਛ ਰੱਖੇ ਹੁੰਦੇ ਲੋਕਰਾਂ 'ਚ ਛੁਪਾ ਕੇ ਰੱਖਿਆ ਹੁੰਦਾ। ਹਾਂਜੀ, ਜਿੱਦੇ ਮਰ ਗਿਆ ਸਭ ਕੁਛ ਪਰਾਇਆ ਹੋ ਗਿਆ। ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਨ ਪਛਤਾਏ। ਵਿਸਰਜੀ ਨੇ ਭੁੱਲ ਜਾਣਾ। ਹੁਣ ਗੱਲ ਭੁੱਲਣ ਲੱਗ ਪਈ ਹੈ, ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ। ਤਾਂ ਹੀ ਕਹਿੰਦੇ ਫਲਾਣਾ ਸਤਰਿਆ ਬਤਰਿਆ ਗਿਆ ਵੀ ਹੁਣ ਇਹਨੂੰ ਗੱਲਾਂ ਭੁੱਲ ਜਾਂਦੀਆਂ ਨੇ, ਉਮਰ ਨਾਲ ਹੋ ਜਾਂਦਾ। ਬਹੁਤ ਘੱਟ ਲੋਕ ਨੇ ਜਿਨ੍ਹਾਂ ਦੀ ਅਖੀਰ ਤੱਕ ਯਾਦ ਸ਼ਕਤੀ ਬਿਲਕੁਲ ਠੀਕ ਰਹਿੰਦੀ ਹੈ, ਨਹੀਂ ਤਾਂ ਬੰਦਾ ਵੱਡੀ ਉਮਰ ਜਾ ਕੇ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਉਹ ਹੈ ਬੁੱਧ ਵਿਸਰਜੀ। ਮੱਤ ਜਿਹੜੀ ਹੈ ਉਹ ਫਿਰ ਭੁੱਲਣ ਵਾਲੀ ਹੋ ਜਾਂਦੀ, ਮੱਤ ਮਾਰੀ ਜਾਂਦੀ ਹੈ। ਗਈ ਸਿਆਣਪ, ਸਿਆਣਪ ਖਤਮ ਹੋ ਜਾਂਦੀ ਹੈ। ਕਰ ਅਵਗਨ ਪਛਤਾਏ, ਬੰਦਾ ਫਿਰ ਔਗਣ ਕਰ ਕਰਕੇ, ਮਾੜੇ ਕੰਮ ਕਰ ਕਰਕੇ ਮਗਰੋਂ ਪਛਤਾਉਂਦਾ ਹੈ। ਕਿਉਂਕਿ ਜਦੋਂ ਫਲ ਭੋਗਣਾ ਪੈਂਦਾ, ਮਾੜੇ ਕੰਮ ਕਰਨੇ ਚੰਗਿਆਂ ਨਾਲੋਂ ਸੌਖੇ ਨੇ। ਚੰਗਾ ਕੰਮ ਕਰਨਾ ਹਮੇਸ਼ਾ ਹੀ ਔਖਾ ਹੁੰਦਾ, ਮਾੜਾ ਕੰਮ ਕਰਨਾ ਸੌਖਾ ਹੁੰਦਾ। ਸੌਖਾ ਹੋਣ ਕਰਕੇ ਲੋਕ ਕਰਦੇ ਨਾ, ਉਦੋਂ ਤਾਂ ਸੌਖਾ ਲੱਗਦਾ ਹੈ। ਫਿਰ ਜਦੋਂ ਹਿਸਾਬ ਕਿਤਾਬ ਹੁੰਦਾ ਫਿਰ ਉੱਥੇ ਕੁਟਾਪਾ ਹੁੰਦਾ ਹੈ, ਕਿਉਂਕਿ ਫਿਰ ਪਤਾ ਲੱਗ ਗਿਆ ਵੀ ਹਾਂ ਮੈਂ ਆਹ ਕਰਦਾ ਰਿਹਾ। ਕਈ ਵਾਰੀ ਮਨੁੱਖ ਨੇ ਪਿਛਲੇ ਜਨਮ 'ਚ ਵੀ ਉਹੀ ਕਰਮ ਕੀਤਾ ਹੁੰਦਾ, ਇਸ ਜਨਮ 'ਚ ਉਹਨੂੰ ਗਿਆਨ ਹੋ ਜਾਂਦਾ ਹੈ ਕਿ ਜੋ ਮੈਂ ਕਰਮ ਕਰ ਰਿਹਾ ਗਲਤ ਹੈ। ਪਰ ਮਗਰਲੇ ਸੰਸਕਾਰ ਕਈ ਵਾਰੀ ਇੰਨੇ ਤਗੜੇ ਹੁੰਦੇ ਨੇ, ਉਹ ਗਲਤ ਕੰਮ ਨੂੰ ਛੱਡ ਹੀ ਨਹੀਂ ਸਕਦਾ। ਕੁਝ ਸਮੇਂ ਲਈ ਛੱਡਦਾ, ਮੁੜ ਕੇ ਫਿਰ ਉਸ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ, ਮੁੜ ਕੇ ਫਿਰ ਸ਼ੁਰੂ ਹੋ ਜਾਂਦਾ, ਕਿਉਂਕਿ ਮਗਰਲੇ ਸੰਸਕਾਰ ਹੀ ਇੰਨੇ ਡੂੰਘੇ ਨੇ ਕਿ ਉਹਨਾਂ ਤੋਂ ਖਹਿੜਾ ਛਡਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇੱਕ ਤਾਂ ਵੀ ਪਤਾ ਹੀ ਨਹੀਂ, ਕਈ ਵਾਰੀ ਪਤਾ ਹੁੰਦਾ ਹੈ, ਪਤਾ ਹੋਣ ਦੇ ਬਾਵਜੂਦ ਵੀ ਇੱਕ ਹੈ ਪਤਾ ਹੈਗਾ ਜਾਣ ਬੁੱਝ ਕੇ ਕਰ ਰਿਹਾ, ਫਿਰ ਵੀ ਉਹ ਹੋਰ ਗੱਲ ਹੁੰਦੀ ਹੈ। ਪਤਾ ਹੈ ਉਹ ਛੱਡਣਾ ਵੀ ਚਾਹੁੰਦਾ ਮਾੜਾ ਕੰਮ, ਉਸ ਤੋਂ ਛੱਡ ਹੀ ਨਹੀਂ ਹੁੰਦਾ। ਜਿਵੇਂ ਸ਼ਰਾਬੀ ਹੈ, ਉਹਨੂੰ ਪਤਾ ਲੱਗਿਆ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ। ਮੇਰੇ ਕੋਲ ਆਉਂਦੇ ਨੇ, ਬਾਬਾ ਜੀ ਮੈਂ ਸ਼ਰਾਬ ਛੱਡਣੀ ਚਾਹੁੰਦਾ ਪਰ ਇਹ ਛੱਡ ਨਹੀਂ ਹੁੰਦੀ। ਇਹ 'ਚ ਕੋਈ ਸ਼ੱਕ ਨਹੀਂ। ਜੇ ਤਾਂ ਇਸੇ ਜਨਮ 'ਚ ਲੱਗਾ ਉਹਦੀ ਸ਼ਰਾਬ ਛਡਾਉਣੀ ਸੌਖੀ ਹੈ। ਅਗਰ ਉਹ ਪਿਛਲੇ ਜਨਮ 'ਚ ਪੀਂਦਾ ਰਿਹਾ, ਉਹ ਤੋਂ ਪਿਛਲੇ ਜਨਮ 'ਚ ਪੀਂਦਾ ਰਿਹਾ, ਤਾਂ ਉਹ ਜਿਹੜਾ ਸ਼ਰਾਬ ਪੀਣ ਦਾ ਕਰਮ ਸੀ ਉਹ ਬਹੁਤ ਹੀ ਜ਼ਿਆਦਾ ਵੱਡਾ ਹੋ ਜਾਂਦਾ, ਅਤੇ ਫਿਰ ਉਸ ਤੋਂ ਖਹਿੜਾ ਛਡਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਤਾਂ ਫਿਰ ਕੋਈ ਸੰਤ ਮਹਾਤਮਾ ਗੁਰੂ ਜਿਹੜੇ ਨੇ ਉਹ ਕਿਰਪਾ ਕਰਦੇ ਨੇ। ਫਿਰ ਜੋ ਕਿਰਪਾ ਕਰਦੇ ਨੇ ਫਿਰ ਉਹ ਇਸ ਬੁਰਾਈ ਨੂੰ ਛੱਡਦਾ ਹੈ। ਇਸ ਲਈ ਫਿਰ ਔਗਣ ਕਰ ਕਰਕੇ ਪਛਤਾਉਂਦਾ। ਫਿਰ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਪ੍ਰਭ ਚੇਤੋ ਲਿਵ ਲਾਏ। ਹੇ ਇਨਸਾਨ, ਹੁਣ ਤੇਰੀ ਜ਼ਿੰਦਗੀ ਦਾ ਤੀਜਾ ਪਹਿਰਾ ਰਿਹਾ, ਬੁੱਢਾ ਹੋ ਗਿਆ, ਪ੍ਰਭ ਚੇਤੋ ਲਿਵ ਲਾਏ। ਬੜੇ ਧਿਆਨ ਨਾਲ ਕਹੇ ਤੁਸੀਂ ਪਰਮਾਤਮਾ ਦਾ ਨਾਮ ਜਪੋ। ਲਿਵ ਲਾ ਕੇ ਨਾ ਧਿਆਨ ਨਾਲ ਪਰਮਾਤਮਾ ਦਾ ਨਾਮ ਜਪਣਾ। ਜਦੋਂ ਅਸੀਂ ਧਿਆਨ ਨਾਲ ਬਾਣੀ ਪੜ੍ਹਾਂਗੇ, ਧਿਆਨ ਨਾਲ ਨਾਮ ਜਪਾਂਗੇ, ਫਿਰ ਸਾਡਾ ਦੂਜੇ ਪਾਸੇ ਧਿਆਨ ਨਹੀਂ ਜਾਂਦਾ। ਜਦੋਂ ਤੁਸੀਂ ਬਾਣੀ ਪੜ੍ਹਨੀ ਹੈ, ਇੱਕ ਇੱਕ ਅੱਖਰ ਨੂੰ ਵੇਖਣਾ, ਫਿਰ ਤੁਹਾਡਾ ਧਿਆਨ ਇੱਥੇ ਹੀ ਰਹੇਗਾ, ਨਾਲੇ ਬਾਣੀ ਸ਼ੁੱਧ ਹੋ ਜਾਏਗੀ।
ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰ। ਹੁਣ ਜੇ ਤੁਸੀਂ ਇੱਕ ਇੱਕ ਵੇਖੋਗੇ ਚੌਥੇ, ਨਹੀਂ ਤਾਂ ਬੋਲੋਗੇ ਚੌਥੇ, ਪਹਿਰੇ ਨੂੰ ਬੋਲ ਦੋ ਪਹਿਰੇ, ਚੌਥੇ ਪਹਿਰੇ ਬੋਲ ਦੋਗੇ। ਕਿਉਂ? ਸਪੈਲਿੰਗਾਂ ਨੂੰ ਵੇਖੇ ਨਹੀਂ, ਸਪੈਲਿੰਗਾਂ ਨੂੰ ਵੇਖੇ ਹੀ ਨਹੀਂ ਵੀ ਤਾਂ ਚੌਥੇ ਲਿਖਿਆ, ਪਹਿਰੇ ਲਿਖਿਆ ਹੋਇਆ ਨਾ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰ। ਰਹਿ ਕਹਿ ਨੂੰ ਕੇ ਆਮ ਪੜ੍ਹਦੇ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰ, ਇਹ ਪੜ੍ਹਦੇ। ਕਿਉਂ? ਉਹ ਵੇਖਦੇ ਹੀ ਨਹੀਂ, ਸਪੈਲਿੰਗ ਹੀ ਨਹੀਂ ਵੇਖਦੇ। ਜੇ ਸਪੈਲਿੰਗ ਵੇਖਣਗੇ, ਚੱਚਾ ਊੜੇ ਨੌਕੜ ਚੌ, ਥੱਥੇ ਦਲਾਵਾਂ ਥੈ, ਚੌਥੇ ਪਹਿਰੇ, ਤਾਂ ਜਾ ਕੇ ਕਿਤੇ ਠੀਕ ਹੋਏਗਾ। ਇਹਨੂੰ ਕਹਿੰਦੇ ਧਿਆਨ ਨਾਲ, ਇਹੀ ਲਿਵ ਹੁੰਦੀ ਹੈ। ਹੋਰ ਕੀ? ਕਿਸੇ ਚੀਜ਼ ਨੂੰ ਧਿਆਨ ਨਾਲ ਕਰਨਾ ਹੀ ਸਭ ਤੋਂ ਵੱਡੀ ਗੱਲ ਹੈ। ਜੀਵਨ ਦੇ ਵਿੱਚ ਧਿਆਨ ਦੀ ਸਭ ਤੋਂ ਵੱਧ ਮਹਾਨਤਾ ਹੈ। ਜ਼ਿੰਦਗੀ 'ਚ ਉਹੀ ਲੋਕ ਕਾਮਯਾਬ ਹੋਏ ਜਿਨ੍ਹਾਂ ਨੇ ਹਰ ਇੱਕ ਕੰਮ ਨੂੰ ਧਿਆਨ ਨਾਲ ਕੀਤਾ, ਧਿਆਨ ਨਾਲ ਤੁਰੇ, ਧਿਆਨ ਨਾਲ ਬੋਲੇ, ਧਿਆਨ ਨਾਲ ਸੁਣੇ, ਧਿਆਨ ਨਾਲ ਉਹਨਾਂ ਪੜ੍ਹਿਆ, ਧਿਆਨ ਦੇ ਨਾਲ ਸਕੂਟਰ ਕਾਰ ਚਲਾਈ, ਧਿਆਨ ਨਾਲ ਟੀਚਰ ਦੀ ਗੱਲ ਸੁਣੀ, ਧਿਆਨ ਨਾਲ ਲਿਖਿਆ। ਧਿਆਨ ਦੀ ਗੱਲ ਹੈ ਸਾਰੀ। ਉਹੀ ਜੀਵ ਤਰੱਕੀ ਕਰਦੇ ਨੇ ਜੇ ਇਹਨਾਂ ਦਾ ਧਿਆਨ ਇਕਾਗਰ ਹੁੰਦਾ ਛੇਤੀ। ਉਹ ਧਿਆਨ ਦਿੰਦੇ ਹਰ ਚੀਜ਼ ਵੱਲ। ਜਦੋਂ ਸਾਡਾ ਧਿਆਨ ਪੂਰੀ ਤਰ੍ਹਾਂ, ਸਾਨੂੰ ਪਤਾ ਲੱਗਦਾ ਕੌਣ ਆਇਆ ਕੌਣ ਨਹੀਂ ਗਿਆ। ਇਹਨਾਂ ਬੰਦਾ ਆਪਣੇ ਕੰਮ 'ਚ ਮਗਨ ਹੁੰਦਾ ਹੈ। ਇੱਥੇ ਤਾਂ ਕਈ ਵਾਰੀ ਉਹਨੂੰ ਰੋਟੀ ਪਾਣੀ ਵੀ ਭੁੱਲ ਜਾਂਦਾ ਹੈ। ਨਿਊਟਨ ਨੇ ਆਪਣੇ ਦੋਸਤ ਨੂੰ ਸੱਦਿਆ ਵੀ ਦੁਪਹਿਰ ਦੀ ਰੋਟੀ ਆ ਕੇ ਖਾਈ। ਨਿਊਟਨ ਨੇ 2 ਥਾਲੀਆਂ ਤਿਆਰ ਕਰਕੇ ਟੇਬਲ 'ਤੇ ਲਾਤੀਆਂ, ਉੱਤੇ ਕੱਪੜਾ ਵਿਛਾਤਾ ਵੀ ਜਦੋਂ ਦੋਸਤ ਆਊਗਾ ਫਿਰ ਰੋਟੀ ਖਾ ਲਾਂਗੇ। ਉਹ ਆਪਣੀ ਖੋਜਾਂ 'ਚ ਲੱਗ ਗਿਆ। ਉਹ ਇੰਨਾ ਮਗਨ ਹੋ ਗਿਆ, ਦੋਸਤ ਆਇਆ, ਉਹ 5 ਮਿੰਟ ਕੁਰਸੀ 'ਤੇ ਬੈਠਾ ਰਿਹਾ, ਉਹਨੂੰ ਕੋਈ ਨਹੀਂ, ਨਿਊਟਨ ਨੂੰ ਪਤਾ ਲੱਗਾ ਮੇਰੇ ਕਮਰੇ 'ਚ ਕੋਈ ਆਇਆ। ਦੋਸਤ ਨੇ ਕੀ ਕੀਤਾ, ਉਹ ਦੋਨੋਂ ਥਾਲੀਆਂ ਹੀ ਖਾ ਗਿਆ। ਰੋਟੀ ਖਾ ਕੇ ਆਪਣੀ ਵੀ ਅਤੇ ਨਿਊਟਨ ਦੀ ਵੀ, ਉੱਤੇ ਕੱਪੜਾ ਦੇ ਕੇ ਚਲਿਆ ਗਿਆ। ਜਦੋਂ ਨਿਊਟਨ ਦਾ ਧਿਆਨ ਹਟਿਆ, ਉਹਨੂੰ ਫਿਰ ਭੁੱਖ ਲੱਗੀ। ਭੁੱਖ ਤਾਂ ਲੱਗੀ ਸੀ ਪਰ ਧਿਆਨ ਹੋਣ ਕਰਕੇ ਨਹੀਂ ਗਿਆ। ਭੁੱਖ ਲੱਗੀ, ਕਹਿੰਦਾ ਲੈ ਦੋਸਤ ਤਾਂ ਆਇਆ ਹੀ ਨਹੀਂ, ਚੱਲ ਮੈਂ ਹੀ ਖਾਨਾ। ਜਦੋਂ ਖਾਣ ਲੱਗਾ, ਦੋਨੋਂ ਥਾਲੀਆਂ ਖਾ ਲਈ। ਕਦੇ ਅੱਛਾ ਲੈ ਮੈਨੂੰ ਯਾਦ ਹੀ ਨਹੀਂ ਰਿਹਾ ਵੀ ਮੈਂ ਰੋਟੀ ਖਾ ਲਈ ਹੈ। ਜੇ ਕਦੇ ਮੈਨੂੰ ਯਾਦ ਹੀ ਨਹੀਂ ਰਿਹਾ ਮੈਂ ਰੋਟੀ ਖਾ ਲਈ ਹੈ, ਹਾਲਾਂਕਿ ਖਾਧੀ ਨਹੀਂ। ਇਹਨੂੰ ਕਹਿੰਦੇ ਇੰਨਾ ਸੀ ਧਿਆਨ। ਐਵੇਂ ਨਹੀਂ ਸਾਇੰਸਦਾਨ ਬਣ ਜਾਂਦੇ ਲੋਕ। ਮੇਰੀ ਕਿਊਰੀ ਜਿਨ੍ਹਾਂ ਨੇ ਰੇਡੀਅਮ ਦੀ ਕਾਢ ਕੱਢੀ ਸੀ, ਮੀਆਂ ਬੀਬੀ ਸਨ। 16 ਸਾਲ ਪੱਥਰਾਂ 'ਤੇ ਤਜਰਬੇ ਕਰਦੇ ਰਹੇ। 16 ਸਾਲਾਂ ਬਾਅਦ ਉਹ ਕਹਿੰਦਾ ਆਪਣੀ ਘਰ, ਕਹਿੰਦਾ ਮੈਂ ਜਰਾ ਲੈਬ 'ਚ ਗੇੜਾ ਲਾਵਾਂ। ਝੀਤ ਦਰਵਾਜ਼ੇ ਦੀ ਝੀਤ ਸੀ। ਦੇਖਿਆ ਵਿੱਚੋਂ ਵੀ ਅੰਦਰ ਚਾਨਣ ਹੀ ਚਾਨਣ ਹੈ। ਭੱਜਿਆ ਆਇਆ ਘਰ ਨੇ ਜੱਫੀ ਵਾਲੇ, ਕਹਿੰਦੇ ਰੇਡੀਅਮ ਲੱਭ ਗਿਆ, ਰੇਡੀਅਮ ਲੱਭ ਗਿਆ। ਐਡੀ ਇੱਕ ਜ਼ਬਰਦਸਤ ਕਾਢ ਕੱਢਤੀ। ਰੇਡੀਅਮ ਨਾਲ ਕਾਰਖਾਨੇ ਵੀ ਚੱਲਦੇ ਨੇ। 16 ਸਾਲ ਲੱਗੇ ਰਹੇ। ਮੈਂ ਇਹਨਾਂ ਨੂੰ ਇਸ ਲਈ ਗ੍ਰੇਟ ਸਮਝਦਾ ਵੀ ਉਹ ਪਹਿਲਾਂ ਚੀਜ਼ ਹੈ ਹੀ ਨਹੀਂ, ਉਹ ਇੱਕ ਨਵੀਂ ਚੀਜ਼ ਬਣਾ ਦੇਣੀ ਹੈ। ਧਰਮ ਦਾ ਤਾਂ ਸਾਨੂੰ ਪਤਾ ਰੱਬ ਹੈਗਾ ਅਤੇ ਉਹ ਐਂ ਮਿਲਦਾ। ਲੈ ਸਾਡੇ ਤੋਂ ਤਾਂ ਉਹੀ ਨਹੀਂ ਕਰ ਹੁੰਦਾ। ਅਸੀਂ ਸਾਇੰਸਦਾਨ ਕਿਸ ਸਵਾਹ ਬਣਨਾ? ਅਸੀਂ ਸਾਇੰਸਦਾਨ ਬਣਦੇ ਫਿੱਟ ਹੀ ਨਹੀਂ ਹੈਗੇ। ਕਾਢ ਕੱਢਣ ਨਾਲੋਂ ਇੱਕ ਚੀਜ਼ ਪਹਿਲਾਂ ਹੀ ਹੈਗੀ। ਆਪ ਸਾਰਿਆਂ ਨੂੰ ਪਤਾ ਰੱਬ ਹੈਗਾ। ਇਹ ਵੀ ਸਾਧੂਆਂ ਸੰਤਾਂ ਮੈਂ ਜਿਨ੍ਹਾਂ ਉਹਨੇ ਵੀ ਲਿਖਿਆ ਵਾ ਉਹਦਾ ਨਾਮ ਜਪੀ ਜੋ ਤੁਹਾਨੂੰ ਮਿਲ ਜਾਏਗਾ। ਪਤਾ ਵੀ ਹੈ ਰੱਬ ਹੈ, ਉਹ ਕਿਵੇਂ ਮਿਲਦਾ ਇਹ ਵੀ ਪਤਾ ਹੈ। ਲੱਤਾਂ ਵੀ ਨਹੀਂ ਅਸੀਂ ਉਹਨੂੰ ਮਿਲ ਸਕਦੇ। ਅਸੀਂ ਨਵੀਂ ਕਾਢ ਤਾਂ ਕੀ ਕੱਢਣੀ? ਮਹਾਨ ਬੰਦਾ ਤੇ ਉਹ ਹੋਏਗਾ ਜਿਹਨੇ ਖੋਜ ਕੀਤੀ ਰੱਬ ਹੈ। ਅਸਲ ਉਹ ਸੀ ਸਾਇੰਸਦਾਨ ਜਿਹਨੇ ਖੋਜ ਕਰ ਲਈ।
ਉਹਨੇ ਕੋਈ ਢੰਗ ਵਰਤਿਆ, ਉਹ ਖੋਜ ਕਰ ਲਈ ਉਹਨੇ ਵੀ ਰੱਬ ਹੈ। ਫਿਰ ਉਹਨੇ ਕਿਹਾ ਵੀ ਹਾਂ ਉਹਦਾ ਨਾਮ ਲਈ ਜਾਓ, ਉਹ ਆਪੇ ਪ੍ਰਗਟ ਹੋ ਜਾਏਗਾ, ਲੱਭ ਜਾਵੇਗਾ। ਜਿਵੇਂ ਕਈ ਬੱਚੇ ਲੁੱਕਣ ਮੀਟੀ ਖੇਡਦੇ ਨੇ ਅਤੇ ਉਹਲੇ ਲੁੱਕ ਜਾਂਦੇ ਨੇ, ਉਹ ਦੂਜਾ ਲੱਭਦਾ ਉਸ ਨੂੰ। ਇਹ ਤਾਂ ਪਤਾ ਵੀ ਹੈ ਤਾਂ ਇਸ ਏਰੀਏ 'ਚ ਹੀ, ਉਹਨੂੰ ਲੱਭ ਲੈਂਦੇ ਨੇ। ਇੱਕ ਨਵੀਂ ਚੀਜ਼ ਹੈ, ਉਹ ਤਾਂ ਬਹੁਤ ਹੀ ਔਖਾ ਹੈ। ਆਹ ਬਲਬ ਹੈ, ਪਤਾ ਨਹੀਂ ਕਿੰਨਾ ਕੁ ਸਮਾਂ ਐਡੀਸਨ ਪਤਾ ਹੀ ਨਹੀਂ ਕਿੰਨੇ ਕੁ ਸਾਲ ਲੱਗਾ ਰਿਹਾ। ਉਹ ਚਰਬਾ ਕਦੇ ਫਿਰ ਫੇਲ ਹੋ ਜਾਂਦਾ, ਬਲਬ ਬਣਾਉਂਦਾ ਸੀ ਫਿਰ ਫੇਲ ਹੋ ਜਾਂਦਾ ਸੀ, ਅਖੀਰ ਨੂੰ ਲੱਗਾ ਰਿਹਾ, ਅਖੀਰ ਨੂੰ ਬਲਬ ਦੀ ਕਾਢ ਕੱਢਤੀ ਉਸਨੇ। ਅਤੇ ਜਿਹਨੇ ਬਿਜਲੀ ਦੀ ਕਾਢ ਕੱਢੀ, ਕਿਆ ਕਮਾਲ ਦੇ ਲੋਕ ਨੇ। ਸਾਡੀ ਤਾਂ ਕਾਢ ਕੱਢੀ ਹੋਈ ਹੈ, ਰੱਬ ਹੈਗਾ, ਉਹ ਨਾਮ ਜਪਣ ਨਾਲ ਮਿਲਦਾ। ਲੈ ਸਾਨੂੰ ਤਾਂ ਸਾਡੇ ਤੋਂ ਤਾਂ ਆਹੀ ਨਹੀਂ ਕਰ ਹੁੰਦਾ, ਸਾਡੇ ਤੋਂ ਆਹੀ ਨਹੀਂ ਕਰ ਹੁੰਦਾ, ਕਿਉਂਕਿ ਅਸੀਂ ਘੰਟਿਆਂ ਬੱਧੀ ਲੱਗ ਹੀ ਨਹੀਂ ਸਕਦੇ ਹੈ। ਇਸ ਕਰਕੇ ਇਹ ਜਿਹੜਾ ਹੈ ਰੱਬ ਨੂੰ ਪ੍ਰਾਪਤ ਕਰਨਾ ਅਤੇ ਜਿਹੜੀਆਂ ਨਵੀਆਂ ਕਾਢਾਂ ਕੱਢਣੀਆਂ, ਇਹ ਦੋਨੋਂ ਬੰਦੇ ਬੜੇ ਜ਼ਬਰਦਸਤ ਹੁੰਦੇ ਨੇ। ਜਿਹੜੇ ਇੱਕ ਲੱਭੀ ਹੋਈ ਚੀਜ਼ ਹੈ, ਇੱਕ ਨਵੀਂ ਚੀਜ਼ ਹੈ, ਦੋਨੋਂ, ਪਰ ਦੋਨੋਂ ਹੀ ਗ੍ਰੇਟ ਨੇ। ਰੱਬ ਨੂੰ ਪ੍ਰਾਪਤ ਕਰ ਲੈਣ ਵਾਲੇ ਵੀ ਅਤੇ ਸਾਇੰਸ ਦੀਆਂ ਕਾਢਾਂ ਕੱਢਣ। ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਹਾਂ ਵੀ ਤੁਸੀਂ ਕਮਾਲ ਦੇ ਬੰਦੇ ਹੋ, ਤੁਸੀਂ ਪ੍ਰਾਪਤੀ ਕਰ ਲਈ ਹੈ। ਸੋ ਗੁਰੂ ਮਹਾਰਾਜ ਕਹਿੰਦੇ ਹੁਣ ਆ ਗਈ ਜੀ ਚੌਥਾ ਪਹਿਰ ਜ਼ਿੰਦਗੀ ਦਾ, ਅੰਤਲਾ ਸਮਾਂ। ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਬਿਰਧ ਭਇਆ ਤਨ ਖੀਨ। ਅੱਖੀਂ ਖਖਨ ਵੈਰੀ ਬਿੰਦੀ, ਅੱਖੀਂ ਅੰਧ ਨਾ ਦੀਸਈ, ਵਣਜਾਰਿਆ ਮਿੱਤਰਾ ਕੰਨੀ। ਨੰਨੇ ਨੂੰ ਬਿਹਾਰੀ ਬਿੰਦੀ, ਬਿੰਦੀ ਤੋਂ ਬਿਨਾਂ ਕੰਨੀ ਜਿਹੜਾ ਹੁੰਦਾ ਨਾ, ਉਹ ਲੜ ਹੁੰਦਾ ਸਿਰਾ। ਜੇ ਚੁੰਨੀ ਦੀ ਕੰਨੀ, ਦੁਪੱਟੇ ਦੀ ਕੰਨੀ, ਉਹ ਸਿਰਾ ਹੁੰਦਾ। ਇਹ ਕੰਨੀ ਨੰਨੇ ਨੂੰ ਪਿਆਰੀ ਬਿੰਦੀ ਲਾ ਕੇ ਕੰਨਾਂ ਨਾਲ, ਅੱਖੀਂ ਅੱਖਾਂ ਨਾਲ, ਅੱਖਾਂ। ਅੱਖੀਂ ਅੰਧ ਨਾ ਦੀਸੀ, ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ। ਅੱਖੀਂ ਅੰਧ ਜੀਵ ਰਸ ਨਾਹੀਂ, ਰਹੇ ਪਰਾਕੋ ਤਾਣ। ਗੁਣ ਅੰਤਰ ਨਾਹੀਂ, ਕਿਉਂ ਸੁਖ ਪਾਵੈ, ਮਨਮੁਖ ਆਵਣ ਜਣ। ਖੜ ਪੱਕੀ ਕੁੜ ਭੱਜੈ ਬਿਨਸ, ਆਏ ਚੱਲੇ ਕਿਆ ਮਾਨ। ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ, ਗੁਰਮੁਖ ਸ਼ਬਦ ਪਛਾਣ। ਕਹਿੰਦੇ ਹੁਣ ਚੌਥਾ ਪੈਰ ਜ਼ਿੰਦਗੀ ਦਾ ਪਾਵੰਤਲਾ ਸਮਾਂ ਆ ਗਿਆ ਹੈ। ਬਿਰਧ ਪਿਆ, ਮਨੁੱਖ ਬੁੱਢਾ ਹੋ ਗਿਆ ਹੁਣ। ਤਨ ਖੀਨ, ਖੀਨ ਦਾ ਕਮਜ਼ੋਰ, ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ। ਅੱਖੀਂ ਅੰਧ ਨਾ ਦੀਸੀ, ਅੱਖਾਂ ਅੰਨੀਆਂ ਹੋ ਗਈਆਂ ਨੇ, ਹੁਣ ਘੱਟ ਦਿਸਦਾ ਬਹੁਤ। ਜਦੋਂ ਜੇ ਆਪਾਂ ਬੁੱਢੇ ਹੁੰਦੇ ਹਾਂ, ਸਰੀਰ ਦੇ ਸਾਰੇ ਅੰਗ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ। ਅੱਖਾਂ ਤੋਂ ਘੱਟ ਦਿਸਣ ਲੱਗ ਜਾਂਦਾ, ਕੰਨਾਂ ਤੋਂ ਉੱਚੀ ਸੁਣਨ ਲੱਗ ਜਾਂਦਾ ਹੈ, ਕੋਲ ਜਾ ਕੇ ਕਹਿਣਾ ਪੈਂਦਾ। ਫਿਰ ਜਿਹੜਾ ਬੰਦਾ ਬੁਢਾਪੇ 'ਚ ਬੋਲਾ ਹੋ ਜਾਏ ਨਾ, ਉਹ ਡਿਪਰੈਸ਼ਨ 'ਚ ਵੀ ਛੇਤੀ ਚਲੇ ਜਾਂਦਾ, ਕਿ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰਦਾ। ਇਹਦੇ ਨਾਲ ਕਿਹੜਾ ਸਿਰ ਖਪਾਈ ਕਰੇਗਾ। ਉਹ ਗੱਲਾਂ ਕਰਨਾ ਚਾਹੁੰਦਾ ਹੈ ਬੁੱਢਾ, ਪਰ ਉਹ ਬੋਲਾ ਹੋਣ ਕਰਕੇ ਲੋਕ ਉਹਦੇ ਨਾਲ ਗੱਲਾਂ ਨਹੀਂ ਕਰਦੇ। ਘਰ ਦੇ ਜੀ ਨਾਲ ਕਹਿੰਦੇ ਕੌਣ ਬੋਲੇ, ਉਹ ਬਾਪੂ ਓਏ, ਉੱਚੀ ਉੱਚੀ ਬੋਲੋ ਤਾਂ ਉਹਨੂੰ ਸੁਣਨਾ, ਅਲੱਗ ਰਹਿਣ ਦੇ। ਉਹਦੇ ਨਾਲ ਫਿਰ ਕੋਈ ਗੱਲਾਂ ਨਹੀਂ ਕਰਦਾ, ਉਹ ਛੇਤੀ ਹੀ ਸਗੋਂ ਡਾਊਨ ਹੋ ਜਾਂਦਾ। ਬੋਲੇ ਬੰਦੇ ਨੂੰ ਵੱਡਾ ਘਾਟਾ ਇਹ ਰਹਿੰਦਾ। ਸੋ ਉਮਰ ਦੇ ਨਾਲ ਇਹ ਜਿਹੜੇ ਕੰਨ ਨੇ ਇਹ ਵੀ ਕਮਜ਼ੋਰ ਹੋ ਜਾਂਦੇ ਨੇ, ਅੱਖਾਂ ਕਮਜ਼ੋਰ ਹੋ ਜਾਂਦੀਆਂ। ਅੱਖੀਂ ਅੰਧ ਨਾ ਦੀਸੀ, ਅੱਖਾਂ ਰਾਹੀਂ ਦਿਸਦਾ ਨਹੀਂ, ਹੁਣ ਅੰਨਾ ਹੋ ਗਿਆ ਹੈ। ਮਿੱਤਰਾ ਕੰਨੀ ਸੁਣੇ ਨਾ ਵੈਣ, ਵੈਣ ਹੁੰਦਾ ਬੋਲ, ਅਤੇ ਕੰਨਾਂ ਨਾਲ ਹੁਣ ਬੋਲ ਨਹੀਂ ਕਿਸੇ ਦੇ ਸੁਣਦੇ, ਵੀ ਕੋਈ ਕੀ ਕਹਿ ਰਿਹਾ ਸੁਣਦੇ ਨੇ। ਅੱਖੀਂ ਅੰਧ, ਅੱਖਾਂ ਅੰਨੀਆਂ ਹੋ ਗਈਆਂ ਨੇ। ਜੀਭ ਰਸ ਨਾਹੀਂ, ਹੁਣ ਜੀਭ ਨੂੰ ਕੋਈ ਸਵਾਦ ਹੀ ਨਹੀਂ ਆ ਰਿਹਾ ਹੈ। ਬੁਢਾਪੇ ਚੀਜ਼ਾਂ ਸਵਾਦ ਕੋਈ ਨਹੀਂ ਲੱਗਦੀਆਂ ਨਦੀਆਂ, ਬਸ ਐਵੇਂ ਗੁਜ਼ਾਰਾ ਜਿਹਾ ਕਰਨਾ ਹੁੰਦਾ ਬੰਦੇ ਨੇ। ਕਿਉਂ ਹੁਣ ਤਾਂ ਅਸੀਂ ਦੰਦ ਦੁੰਦ ਲਵਾ ਲਏ ਨਾ, ਪੁਰਾਣੇ ਜ਼ਮਾਨੇ ਦੰਦ ਨਿਕਲ ਜਾਂਦੇ ਸਨ। ਦੰਦ ਗਏ, ਸਵਾਦ ਗਿਆ, ਅੱਖਾਂ ਗਈਆਂ, ਜਹਾਨ ਗਿਆ, ਬਸ। ਕੰਨ ਗਏ, ਰਾਗ ਗਿਆ, ਕੋਈ ਸੰਗੀਤ ਸੁਣਦਾ ਨਹੀਂ ਹੈ। ਸੋ ਇਸ ਲਈ ਕਹਿੰਦੇ
ਅੱਖੀਂ ਅੰਧ ਜੀਵ ਰਸ ਨਾਈ, ਅੱਖਾਂ ਅੰਨੀਆਂ ਹੋ ਗਈਆਂ ਨੇ, ਜੀਵ ਨੂੰ ਕੋਈ ਰਸ ਨਹੀਂ ਆ ਰਿਹਾ ਹੈ। ਰਹੇ ਪਰਾਕੋ ਤਾਣਾ, ਪਰਾਕੋ ਹੁੰਦਾ ਬਗਾਨਾ, ਹੁਣ ਬਗਾਨਿਆਂ ਦੇ ਆਸਰੇ ਰਹਿੰਦਾ, ਕਿਉਂ ਆਪਣਾ ਸਰੀਰ ਕੰਮ ਨਹੀਂ ਕਰਦਾ ਹੈ। ਬੁੱਢੇ ਬੈਠਾ ਵਿਚਾਰਾ, ਉਹਨੂੰ ਫੜ ਕੇ ਉਠਾਉਣਾ ਪੈਂਦਾ, ਕਈ ਵਾਰੀ ਦੂਜੇ ਦੇ ਆਸਰੇ ਉਹ ਤੁਰਦਾ, ਉਹਦਾ ਮੋਢਾ ਫੜ ਲਿਆ, ਉਹਦੀ ਬਾਂਹ ਫੜ ਲਈ, ਤੁਰਦਾ। ਵੱਡੇ ਕਿੰਨਾ ਪਵਾਂ, ਆਪਾਂ ਵੀ ਆਮ ਤੌਰ 'ਤੇ ਬਜ਼ੁਰਗਾਂ ਦੇ ਨਾਲ ਹੋ ਜਾਂਦੇ ਹਾਂ ਵੀ ਕਿਤੇ ਡਿੱਗ ਨਾ ਪੈਣ। ਜੇ ਡਿੱਗ ਪਿਆ ਤਾਂ ਵੱਡੀ ਉਮਰ 'ਚ ਬੰਦਾ ਡਿੱਗ ਪਿਆ, ਲੱਤ ਬਾਂਹ ਟੁੱਟ ਹੀ ਜਾਣੀ ਕੁਛ ਨਾ ਕੋਈ। ਛੋਟੀ ਉਮਰ ਦੇ ਵਿੱਚ ਹੱਡੀਆਂ 'ਚ ਲਚਕ ਹੁੰਦੀ ਹੈ, ਟੁੱਟਦੀਆਂ ਨਹੀਂ ਛੇਤੀ। ਵੱਡੀ ਉਮਰ 'ਤੇ ਡਿੱਗਿਆ ਨਹੀਂ ਅਤੇ ਟੁੱਟਿਆ ਨਹੀਂ ਕੁਛ। ਤਾਂ ਇਹ ਬੀਬੀ ਜੀ ਮੈਨੂੰ ਕਹਿੰਦੇ ਸੀ ਤੁਸੀਂ ਤਿਲਕਣ ਤੋਂ ਬਚਣਾ ਹੈ। ਹੁਣ ਤਿਲਕ ਦਾ ਬੰਦਾ, ਬਾਦਲ ਗੁਸਲਖਾਨੇ 'ਚ ਤਿਲਕ ਗਿਆ ਸੀ, ਕਿਤੇ ਵੀ ਤਿਲਕ ਸਕਦਾ ਬੰਦਾ, ਪਰ ਉਹਨਾਂ ਸਾਵਧਾਨ ਕੀਤਾ ਵੀ ਜਿੱਥੇ ਪਾਣੀ ਤਿਲਕਣ ਹੋਵੇ ਉੱਥੇ ਧਿਆਨ ਨਾਲ ਤੁਰਨਾ ਹੈ। ਵੀ ਤੁਸੀਂ ਤਿਲਕਣ ਕਾਰਨ ਡਿੱਗ ਸਕਦੇ ਹੋ, ਤੁਹਾਡੇ ਸੱਟ ਫੇਟ ਵੱਜ ਸਕਦੀ ਹੈ। ਸੋ ਰਹੇ ਪਰਾਕੋ ਤਾਣਾ, ਪਰਾਕੋ ਹੁੰਦਾ ਬਗਾਨਾ, ਬਗਾਨਿਆਂ ਦੇ ਆਸਰੇ ਰਹਿੰਦਾ, ਆਪਣੀ ਤਾਕਤ ਘਟ ਜਾਂਦੀ ਹੈ। ਗੁਣ ਅੰਤਰ ਨਾਹੀਂ, ਕਿਉਂ ਸੁਖ ਪਾਵੈ, ਮਨਮੁਖ ਆਵਣ ਜਾਣਾ। ਮਨਮੁਖ ਹੋਣ ਕਰਕੇ ਅੰਦਰ ਗੁਣ ਹੀ ਕੋਈ ਨਹੀਂ, ਗੁਣ ਨਾ ਹੋਣ ਕਰਕੇ ਹੁਣ ਸੁੱਖ ਕੋਈ ਨਹੀਂ ਮਿਲਦਾ। ਮਨਮੁਖ ਆਵਣ ਜਾਣ, ਅਤੇ ਮਨੁੱਖ ਮਨਮੁਖ ਜਿਹੜਾ ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ। ਖੜ ਫਸਲ ਨੂੰ ਕਹਿੰਦੇ ਨੇ, ਖੜ ਪੱਕੀ। ਜਦੋਂ ਫਸਲ ਪੱਕ ਜਾਂਦੀ ਹੈ, ਕੋੜ ਭੱਜੇ, ਉਹ ਕੜਕ ਕੜਕ ਕਰਦੀ ਹੈ। ਆਹ ਹੁਣ ਨਾ ਕਣਕਾਂ ਪੱਕਣ ਵਾਲੀਆਂ ਨੇ, ਜਦੋਂ ਕਣਕ ਜ਼ਿਆਦਾ ਪੱਕ ਜੇ, ਉਹਦੇ ਕੋਲ ਖੇਤ ਦੇ ਕੋਲੋਂ ਦੀ ਲੰਘੋ ਗਰਮੀਆਂ 'ਚ, ਤੁਹਾਨੂੰ ਕੜਕ 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 ਦੀ ਆਵਾਜ਼ ਆਏਗੀ। ਉਹ ਜਿਹੜੇ ਕਣਕ ਦੀਆਂ ਡੰਡੀਆਂ ਨੇ ਉਹ ਆਪਣੇ ਆਪ ਹੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਕਣਕ ਲੋੜ ਤੋਂ ਵੱਧ ਪੱਕ ਜੇ, ਟੁੱਟ ਟੁੱਟ ਕੇ ਹੇਠਾਂ ਡਿੱਗਣੀ ਸ਼ੁਰੂ ਹੋ ਜਾਂਦੀ ਹੈ, ਕਿਉਂ ਬੱਲੀਆਂ 'ਚ ਦਾਣਿਆਂ ਦਾ ਭਾਰ ਹੁੰਦਾ। ਉਹ ਬੱਲੀ ਜਿਹੜੀ ਹੈ ਹੇਠਾਂ ਨੂੰ ਕਰਦੀ ਹੈ, ਅਤੇ ਡੰਡੀ ਜਿਹੜੀ ਸੁੱਕਣ ਕਣਕੇ ਉਹ ਜਿਹੜੀ ਤਾਕਤ ਨਹੀਂ ਰਹਿੰਦੀ, ਉਹ ਕੜਕ ਕਰਕੇ ਟੁੱਟ ਜਾਂਦੀ ਹੈ। ਇਹ ਕੜਕ ਕੜਕ ਦੀ ਆਵਾਜ਼ ਨੇ, ਉਹਨੂੰ ਕੁੜ ਕਹਿੰਦੇ ਨੇ। ਖੜ ਪੱਕੀ, ਜਦੋਂ ਫਸਲ ਪੱਕ ਜਾਂਦੀ ਹੈ, ਕੋੜ ਭੱਜਿਆ ਬਿਨਸ, ਉਹ ਕੜਕ ਕੜਕ ਕਰਕੇ ਟੁੱਟ ਜਾਂਦੀ ਹੈ। ਇੱਕ ਹੁੰਦਾ ਭੱਜਿਆ ਮੈਨੇ ਭੱਜ ਜਾਣਾ, ਇੱਕ ਹੁੰਦਾ ਭੱਜ, ਘੜਾ ਭੱਜ ਗਿਆ ਹੈ। ਪਾਕਿਸਤਾਨ 'ਚ ਕਹਿੰਦੇ ਸੀ ਘੜਾ ਭੱਜ ਗਿਆ ਹੈ। ਇੱਧਰ ਜਦੋਂ ਕਹਿੰਦੇ ਕਿੱਥੇ ਭੱਜ ਗਿਆ, ਵੀ ਕਿੱਧਰ ਨੂੰ ਭੱਜ ਕੇ ਗਿਆ, ਉੱਥੇ ਭੱਜ ਦਾ ਮਸੇ ਟੁੱਟ ਜਾਣਾ, ਵੀ ਘੜਾ ਟੁੱਟ ਗਿਆ, ਘੜਾ ਭੱਜ ਗਿਆ। ਸੋ ਜਦੋਂ ਫਸਲ ਪੱਕ ਜਾਂਦੀ ਹੈ, ਉਹ ਕੜਕ ਕੜਾ ਕਰਕੇ ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਆਏ ਚੱਲੇ ਕਿਆ ਮਨ, ਇਸ ਤਰ੍ਹਾਂ ਮਨੁੱਖ ਆਉਂਦਾ ਰਹਿੰਦਾ, ਇਸ ਸੰਸਾਰ ਤੋਂ ਜਾਂਦਾ ਰਹਿੰਦਾ। ਇਸ ਲਈ ਆਪਣੇ ਆਪ 'ਤੇ ਕਾਹਦਾ ਮਾਣ ਕਹਿੰਦੇ ਕਰਨਾ। ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ, ਗੁਰਮੁਖ ਸ਼ਬਦ ਪਛਾਣ। ਕਹਿੰਦੇ ਹੇ ਇਨਸਾਨ, ਤੇਰੀ ਜ਼ਿੰਦਗੀ ਦਾ ਚੌਥਾ ਹਿੱਸਾ ਆ ਗਿਆ ਹੁਣ ਹੈ, ਗੁਰਮੁਖ ਸ਼ਬਦ ਪਛਾਣ। ਤੂੰ ਗੁਰੂ ਵਾਲਾ ਬਣ ਅਤੇ ਫਿਰ ਨਾਮ ਨੂੰ ਜਪ, ਪਛਾਣ ਤਾਂ ਭਾਵੇਂ ਅਤੇ ਜਪਣਾ। ਕਹਿੰਦੇ ਗੁਰਮੁਖ ਬਣ ਕੇ ਤੂੰ ਪਰਮਾਤਮਾ ਦਾ ਨਾਮ ਜਪ। ਬੁਢਾਪਾ ਆ ਗਿਆ, ਹੁਣ ਅੰਤਲਾ ਸਮਾਂ ਆ ਰਿਹਾ, ਹੁਣ ਤੇ ਜਪ ਲੈ। ਕਹਿੰਦੇ ਓੜਕ ਆਇਆ ਤਿੰਨ ਸਾਹਿਆਂ ਵਣਜਾਰਿਆ ਮਿੱਤਰਾ। ਸਾਹੇ ਦਿਨ ਨੂੰ ਕਹਿੰਦੇ ਨੇ, ਓੜਕ ਅੰਤ ਨੂੰ ਕਹਿੰਦੇ ਨੇ। ਓੜਕ ਆਇਆ ਤਿੰਨ ਸਾਹਿਆਂ ਵਣਜਾਰਿਆ ਮਿੱਤਰਾ, ਜਰ ਜਰਵਾਣਾ ਕੰਨ। ਜਰ ਬੁਢਾਪੇ ਨੂੰ ਕਹਿੰਦੇ ਨੇ, ਜਰ ਜਰਵਾਣਾ ਤਾਕਤਵਰ ਬੁਢਾਪਾ, ਕੰਨ ਕੰਢੇ 'ਤੇ ਪਾ ਸਿਰ 'ਤੇ। ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ, ਅਵਗਣ ਖੜਸਨ ਬੰਨ। ਗੁਣ ਸੰਜਮ ਜਾਵੇ, ਚੋਟ ਨਾ ਖਾਵੇ, ਨਾ ਤਿਸ ਜੰਮਣ ਮਰਨਾ। ਕਾਲ ਜਾਲ ਜਮ ਜੋ ਨਾ ਸਕੈ, ਇਹਨੂੰ ਜੋਹੇ ਨਹੀਂ ਪੜ੍ਹਨਾ। ਜੇ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਵੇ, ਫਿਰ ਹਾਹੇ ਦੀ ਸਿਹਾਰੀ ਨਹੀਂ ਬੋਲਦੀ। ਹਾਂ, ਜੇ ਉਂਝ ਕਿਤੇ ਤੁਕਾਂਤ ਮਿਲਾਉਣਾ ਹੁੰਦਾ, ਉੱਥੇ ਫਿਰ ਗੱਲ ਵੱਖਰੀ ਹੈ। ਜੋ ਹੁੰਦਾ ਤੱਕਣਾ ਛੂਣਾ। ਕਾਲ ਜਾਲ ਜਮ ਜੋ ਨਾ ਸਕੈ, ਭਾਏ ਭਗਤ ਪੈ ਤਰਨਾ। ਪਤ ਸੇਤੀ ਜਾਵੇ, ਸਹਿਜ ਸਮਾਵੇ, ਸਗਲੇ ਦੁਖ ਮਿਟਾਵੇ।
ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੈ। ਓੜਕ ਆਇਆ ਤਿਨ ਸਾਹਿਆਂ ਵਣਜਾਰਿਆ। ਮਿੱਤਰਾ, ਹੇ ਮਿੱਤਰਾ, ਜਿੰਨੇ ਤੂੰ ਦਿਨ ਲਿਖਾ ਕੇ ਲਿਆ ਸੀ ਉਹ ਅੰਤ ਆ ਗਿਆ। ਓੜਕ ਮਨੇ ਅੰਤ। ਹਾਂਜੀ, ਕਿੱਥੇ? ਸਾਹਿਆਂ, ਹਾਂ, ਆੜੇ ਨੂੰ ਕਰਨਾ ਪੈਂਦਾ। ਸਾਹਾ ਇੱਕ ਵਚਨ ਹੈ, ਦਿਨ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ। ਸਾਹਾ ਮੈਨੇ ਦਿਨ, ਉਸ ਤੋਂ ਬਹੁਤ ਬਣਾਇਆ ਸਾਹਿਆਂ। ਓੜਕ ਆਇਆ ਤਿੰਨ ਸਾਹਿਆਂ ਵਣਜਾਰਿਆ। ਮਿੱਤਰ, ਜਿੰਨੇ ਦਿਨ ਕਹਿੰਦੇ ਤੈਨੂੰ ਮਿਲੇ ਸਨ ਉਹਨਾਂ ਦਾ ਅੰਤ ਆ ਗਿਆ ਹੈ। ਜਰ ਜਰਵਾਣਾ ਕੰਨ ਤੇਰੇ ਸਿਰ 'ਤੇ ਕਹਿੰਦੇ ਹੁਣ ਬੁਢਾਪਾ ਆ ਗਿਆ ਹੈ। ਜਰ ਬੁਢਾਪੇ ਨੂੰ ਕਹਿੰਦੇ ਨੇ, ਜਰਵਾਣਾ ਇਹਨੂੰ ਬੁਢਾਪੇ ਨੂੰ ਕਹਿੰਦੇ ਨੇ, ਜਿਹੜਾ ਤਾਕਤਵਰ ਹੁੰਦਾ। ਕੰਨ ਮੋਢੇ ਨੂੰ ਕਹਿੰਦੇ ਨੇ, ਪਰ ਹੁਣ ਤੇਰੇ ਮੋਢਿਆਂ 'ਤੇ ਬੁਢਾਪਾ ਆ ਗਿਆ, ਭਾਵ ਹੁਣ ਤੂੰ ਬੁੱਢਾ ਹੋ ਗਿਆ ਹੈ। ਇੱਕ ਰਤੀ ਗੁਣ ਨਾ ਸਮਾਣਿਆ ਵਣਜਾਰਿਆ। ਮਿੱਤਰ, ਤੂੰ ਰਤੀ ਭਰ ਵੀ ਕੋਈ ਰੱਬੀ ਗੁਣ ਆਪਣੇ ਅੰਦਰ ਪੈਦਾ ਨਹੀਂ ਕੀਤਾ। ਅਵਗਣ ਖੜਸਨ ਬੰਨ, ਤੇਰੇ ਔਗਣ ਹੀ ਤੈਨੂੰ ਬੰਨ ਕੇ ਲਿਜਾਣਗੇ। ਖੜਸਨ ਮੈਨੇ ਲਿਜਾਣਾ, ਖੜਸਨ ਮੈਨੇ ਲਿਜਾਣਾ। ਤੇਰੇ ਜਿਹੜੇ ਔਗਣ ਨਾ ਇਹੀ ਤੈਨੂੰ ਬੰਨ ਕੇ ਲਿਜਾਣਗੇ। ਔਗਣ ਹੀ ਜਮਦੂਤ ਬਣ ਕੇ ਆ ਜਾਂਦੇ ਹਨ ਸਾਡੇ। ਗੁਣ ਸੰਜਮ ਜਾਵੇ। ਹਾਂ, ਜਿਹੜਾ ਰੱਬੀ ਗੁਣਾਂ ਦੇ ਨਾਲ ਸੰਜਮ ਹੁੰਦੇ, ਇੰਦਰੀਆਂ 'ਤੇ ਕੰਟਰੋਲ ਕਰਕੇ ਜਿਹੜਾ ਜਾਂਦਾ ਇਸ ਸੰਸਾਰ ਤੋਂ, ਚੋਟ ਨਾ ਖਾਵੇ। ਉਹ ਜਮਾਂ ਦੇ ਡੰਡੇ ਨਹੀਂ ਖਾਂਦਾ। ਨਾ ਤਿਸ ਜੰਮਣ ਮਰਨਾ, ਨਾ ਉਹਨੂੰ ਜੰਮਣਾ ਪੈਂਦਾ, ਨਾ ਫਿਰ ਉਹਨੂੰ ਮਰਨਾ ਪੈਂਦਾ ਹੈ। ਕਾਲ ਜਾਲ ਜਮ ਜੋ ਨਾ ਸਕੈ, ਭਾਏ ਭਗਤ ਪੈ ਤਰਨਾ। ਜਿਹੜਾ ਪ੍ਰੇਮਾ ਭਗਤੀ ਕਰਦਾ, ਭਾਏ ਭਗਤ ਪ੍ਰੇਮਾ ਭਗਤੀ। ਜਿਹੜਾ ਪ੍ਰੇਮਾ ਭਗਤੀ ਭੈ ਤਰਨ, ਭੈ ਮੈਨੇ ਭਵ ਸਾਗਰ, ਉਹ ਭਵ ਸਾਗਰ ਨੂੰ ਤਰ ਜਾਂਦਾ ਹੈ। ਕਿਉਂਕਿ ਉਹਨੇ ਭਗਤੀ ਕੀਤੀ ਹੁੰਦੀ, ਇਸ ਲਈ ਕਾਲ ਜਾਲ ਜਮ ਜੋ ਨਾ ਸਕੈ। ਉਹਨੂੰ ਮੌਤ ਦਾ ਡਰ ਅਤੇ ਜਮਾ ਦਾ ਡਰ ਉਹਨੂੰ ਛੋਹ ਹੀ ਨਹੀਂ ਸਕਦਾ। ਪਰ ਨਾ ਉਹ ਜਮਾ ਤੋਂ ਡਰਦਾ ਹੈ, ਨਾ ਉਹ ਮੌਤ ਤੋਂ ਡਰਦਾ। ਉਸ 'ਤੇ ਮੌਤ ਦੇ ਡਰਦਾ ਕੋਈ ਨਹੀਂ। ਉਹ ਇਹਨਾਂ ਦੇ ਜਾਲ 'ਚ ਫਸਦਾ ਹੀ ਨਹੀਂ ਹੈਗਾ, ਕਿ ਉਹਨੇ ਭਗਤੀ ਕੀਤੀ ਹੁੰਦੀ। ਜਿਹਨੇ ਭਗਤੀ ਕੀਤੀ ਹੁੰਦੀ ਹੈ ਉਹਨੂੰ ਜਮ ਲੈਣ ਹੀ ਨਹੀਂ ਆਉਂਦੇ, ਉਹਨੂੰ ਜਮਾਂ ਨੇ ਲੈਣ ਹੀ ਨਹੀਂ ਆਉਣਾ। ਹੁਣ ਤਾਂ ਜੇ ਭਗਤੀ ਕਰਕੇ ਜਿਸ ਮੰਡਲ 'ਤੇ ਪਹੁੰਚਣਾ, ਉੱਥੋਂ ਦੇ ਜੀਵ ਉਸ ਨੂੰ ਲੈਣ ਆਉਂਦੇ ਹਨ। ਉਹਨੂੰ ਫਿਰ ਜਮ ਨਹੀਂ ਲੈਣ ਆਉਂਦੇ, ਇਸ ਲਈ ਉਹਨੂੰ ਜਮਾਂ ਦਾ ਡਰ ਹੀ ਨਹੀਂ। ਜਮ ਜੋ ਨਾ ਸਕੇ, ਜਮ ਤੇ ਉਹਦੇ ਵੱਲ ਭੈੜੀ ਨਿਗਾਹ ਨਾਲ ਤੱਕ ਹੀ ਨਹੀਂ ਸਕਦਾ। ਜੋੜਾ ਹੁੰਦਾ ਕਿਸੇ ਨੂੰ ਮਾਰਨ ਲਈ, ਨੁਕਸਾਨ ਪਹੁੰਚਾਉਣ ਲਈ ਤੱਕਣਾ, ਵੀ ਇਹ ਕਦੋਂ ਮੇਰੇ ਅੜਿੱਕੇ 'ਚ ਆਵੇ ਅਤੇ ਮੈਂ ਇਸ ਤਰ੍ਹਾਂ ਕਰਾਂ। ਜਮ ਮੰਨ ਲਓ ਤੁਸੀਂ ਸਿਮਰਨ ਕਰ ਰਹੇ ਹੋ, ਜਮ ਆ ਗਏ ਨੇ, ਤੁਹਾਨੂੰ ਲਿਜਾ ਨਹੀਂ ਸਕਦੇ। ਸਿਮਰਨ ਕਰ ਰਹੇ ਹੋ ਤੁਸੀਂ, ਉਹ ਜ਼ਿਆਦਾ ਉਡੀਕ ਕਰਨਗੇ ਕਦੋਂ ਸਿਮਰਨ ਕਰਨੋਂ ਹਟੇ, ਹੋਰ ਪਾਸੇ ਲੱਗੇ ਅਤੇ ਅਸੀਂ ਲੈ ਕੇ ਜਾਈਏ। ਅਤੇ ਜਾਂ ਫਿਰ ਜਮਾਂ ਦੀ ਥਾਂ 'ਤੇ ਜਦੋਂ ਅਸੀਂ ਸਿਮਰਨ ਕਰੀ ਗਏ ਜਮ ਛੱਡ ਕੇ ਚਲੇ ਜਾਂਦੇ ਨੇ। ਫਿਰ ਸਵਰਗ ਦੇ ਅੱਗੇ ਜਿਹੜੇ ਬੰਦੇ ਨੇ ਉਹ ਆ ਜਾਂਦੇ ਨੇ, ਫਿਰ ਦੇਵਤੇ ਆ ਜਾਂਦੇ ਨੇ ਲੈਣ। ਭਾਏ ਭਗਤ ਪੈ ਤਰਨਾ, ਉਹਨਾਂ ਨੇ ਪ੍ਰੇਮਾ ਭਗਤੀ ਕੀਤੀ ਉਹਦੀ ਸੀ। ਭੈ ਦਾ ਭਾਵ ਹੈ ਭਵ ਸਾਗਰ, ਉਹ ਭਵ ਸਾਗਰ ਨੂੰ ਤਰ ਜਾਂਦੇ ਹਨ। ਪਤ ਸੇਤੀ ਜਾਵੇ, ਸਹਿਜ ਸਮਾਵੇ, ਸਗਲੇ ਦੁੱਖ ਮਿਟਾਵੇ। ਜਿਹੜਾ ਸਹਿਜ ਅਵਸਥਾ 'ਚ ਲੀਨ ਰਹਿੰਦਾ ਹੈ। ਚਾਰ ਅਵਸਥਾ ਹੁੰਦੀਆਂ ਨੇ, ਤਿੰਨ ਅਵਸਥਾ ਮਾਇਆ ਦੀਆਂ ਗਿਣੀ ਗਏ ਨੇ, ਰਜੋ ਤਮੋ ਸਤੋ। ਇਹ ਤਿੰਨੋਂ ਅਵਸਥਾ ਮਾਇਆ ਦੀਆਂ ਗਿਣੀ ਗਈਆਂ ਨੇ। ਜਦੋਂ ਇਹਨਾਂ ਤਿੰਨਾਂ ਅਵਸਥਾ ਦੇ ਉੱਪਰ ਬੰਦਾ ਟੱਪਦਾ, ਉਹਨੂੰ ਸਹਿਜ ਅਵਸਥਾ ਕਹਿੰਦੇ ਨੇ। ਉੱਥੇ ਜਾ ਕੇ ਮਨ ਅਡੋਲ ਹੋ ਜਾਂਦਾ। ਦੁੱਖ ਆਓ, ਸੁੱਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਉਹ ਮਨ ਅਡੋਲ ਰਹਿੰਦਾ। ਉਹਨੂੰ ਕਹਿੰਦੇ ਸਹਿਜ ਅਵਸਥਾ। ਫਿਰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਸ 'ਚ ਲੀਨ ਰਹਿੰਦਾ ਉਹ। ਪਤ ਸੇਤੀ ਜਾਵੇ, ਫਿਰ ਇੱਜ਼ਤ ਸਹਿਤ ਇਸ ਸੰਸਾਰ ਤੋਂ ਜਾਂਦਾ ਹੈ। ਸਗਲੇ ਦੁੱਖ ਮਿਟਾਵੇ, ਸਾਰੇ ਦੁੱਖਾਂ ਨੂੰ ਮਿਟਾ ਲੈਂਦਾ ਹੈ, ਖਤਮ ਕਰ ਦਿੰਦਾ ਹੈ। ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੇ। ਜਿਹੜਾ ਹੁੰਦਾ ਗੁਰਮੁਖ, ਗੁਰੂ ਦੇ ਆਖੇ ਲੱਗਣ ਵਾਲੇ ਨੂੰ ਗੁਰਮੁਖ ਕਹਿੰਦੇ।
ਪਹਿਲੀ ਸਟੇਜ ਹੁੰਦੀ ਹੈ ਗੁਰੂ ਵਾਲਾ ਹੋਣਾ, ਦੂਜੀ ਸਟੇਜ ਹੈ ਗੁਰੂ ਦੇ ਆਖੇ ਲੱਗਣਾ। ਆਖੇ ਲੱਗਣਾ ਗੁਰੂ ਵਾਲਾ ਹੋਣ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇੱਕ ਬੱਚਾ ਸਕੂਲੇ ਦਾਖਲ ਹੋ ਗਿਆ, ਠੀਕ ਹੈ, ਉਹ ਵਰਦੀ ਵੀ ਸਕੂਲ ਦੀ ਪਾ ਲਏਗਾ, ਸਭ ਕੁਝ ਮਿਲ ਜਾਏਗਾ ਉਸ ਨੂੰ, ਸਕੂਲ ਦਾ ਨਾਮ ਹੀ ਦਾਖਲ ਹੋ ਜਾਏਗਾ, ਪਰ ਜੇ ਉਹ ਟੀਚਰਾਂ ਦੇ ਆਖੇ ਨਹੀਂ ਲੱਗਦਾ ਤਾਂ ਉਹਦੇ ਅੱਗੇ ਨਹੀਂ ਗੱਲ ਬਣਦੀ। ਆਖੇ ਲੱਗਣਾ ਜ਼ਰੂਰੀ ਹੁੰਦਾ। ਗੁਰਮੁਖ ਕਹਿੰਦੇ ਹੀ ਉਹਨੂੰ ਨੇ ਜਿਹੜਾ ਗੁਰੂ ਦੇ ਆਖੇ ਲੱਗਦਾ। ਜਿਵੇਂ ਬਾਣੀ ਕਹਿੰਦੀ ਹੈ ਉਵੇਂ ਕਰਦਾ, ਉਹਨੂੰ ਕਹਿੰਦੇ ਨੇ ਗੁਰਮੁਖ। ਜਿਹੜਾ ਪ੍ਰਾਣੀ ਗੁਰਮੁਖ ਹੋ ਜਾਂਦਾ ਨਾ, ਛੂਟ ਹੈ, ਉਹਦਾ ਜਮਾਂ ਤੋਂ ਛੁਟਕਾਰਾ ਹੋ ਜਾਂਦਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਸਾਚੇ ਤੇ ਪਤ ਪਾਵੇ, ਉਹ ਪਰਮਾਤਮਾ ਫਿਰ ਇੱਜ਼ਤ ਪ੍ਰਾਪਤ ਕਰਦਾ, ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਇੱਜ਼ਤ ਪ੍ਰਾਪਤ ਕਰਦਾ ਹੈ, ਉਹਨੂੰ 'ਤੇ ਸਰੋਪੇ ਪਹਿਨਾਏ ਜਾਂਦੇ ਹਨ। ਕੋਈ ਐਸਾ ਗੁਰਮੁਖ ਹੈ, ਉਹਦੀ ਮਾਂ ਨੇ ਭਜਨ ਬੰਦਗੀ ਨਹੀਂ ਵੀ ਕੀਤੀ ਤਾਂ ਵੀ ਮਾਂ ਦਾ ਸਤਿਕਾਰ ਕਰਦੇ ਨੇ ਕਿ ਤੂੰ ਇੱਕ ਗੁਰਮੁਖ ਬੱਚਾ ਪੈਦਾ ਕਰਕੇ ਆਈ ਹੈ। ਭਾਵੇਂ ਤੂੰ ਆਪ ਭਜਨ ਬੰਦਗੀ ਨਹੀਂ ਕੀਤੀ, ਉਹਦਾ ਫਿਰ ਵੀ ਸਤਿਕਾਰ ਕਰਦੇ ਨੇ, ਤੂੰ ਗੁਰਮੁਖ ਬੱਚਾ ਪੈਦਾ ਕਰਕੇ ਆਈ। ਅਤੇ ਜਿਹੜੀ ਮਾਂ ਆਪ ਵੀ ਭਜਨ ਬੰਦਗੀ ਕਰਦੀ ਹੈ ਅਤੇ ਅੱਗੇ ਉਹਦੇ ਬੱਚੇ ਵੀ ਭਜਨ ਬੰਦਗੀ ਕਰਦੇ ਨੇ, ਉਹਦਾ ਮਾਂ ਦਾ ਸਤਿਕਾਰ ਹੀ ਬੜਾ ਹੁੰਦਾ ਉੱਥੇ, ਉਹਦਾ ਸਤਿਕਾਰ ਹੀ ਬਹੁਤ ਨੇ। ਤੂੰ ਆਪ ਵੀ ਭਜਨ ਬੰਦਗੀ ਕਰਦੇ ਰਹੀ ਹੈ, ਅੱਗੇ ਤੇਰੇ ਬੱਚੇ ਵੀ ਭਜਨ ਬੰਦਗੀ ਕਰਦੇ ਹਨ। ਇਸ ਲਈ ਸਤਿਕਾਰਯੋਗ ਸਾਧ ਸੰਗਤ ਜੀ, ਅਸੀਂ ਆਪ ਵੀ ਭਜਨ ਬੰਦਗੀ ਕਰਨੀ, ਅਸੀਂ ਕਰਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਪ੍ਰੇਰਾਂਗੇ ਨਾ। ਹੁਣ ਪੀਣ ਵਾਲਾ ਤਾਂ ਉਹ ਆਪਣੇ ਜਵਾਕਰ ਉਹ ਘੁੱਟ ਪੀ ਲੈ, ਮੈਨੂੰ ਆਪ ਪਤਾ, ਮੈਂ ਪੀਣ ਵਾਲੇ ਪਰਿਵਾਰ 'ਚ ਪੈਦਾ ਹੋਇਆ, ਕੁਦਰਤੀ ਮੈਂ ਤਾਂ ਆਪਣੇ ਸੰਸਕਾਰਾਂ ਕਾਰਨ ਬਚਪਨ ਤੋਂ ਵੈਸ਼ਨੂੰ ਰਿਹਾ, ਪਰ ਜਦੋਂ ਪੀ ਰਹੇ ਹੁੰਦੇ ਸਨ ਮੈਨੂੰ ਕਹਿਣਾ ਤੂੰ ਵੀ ਘੁੱਟ ਪੀ ਲੈ, ਮੈਂ ਨਹੀਂ ਪੀਂਦਾ, ਸੁੰਘ ਲੈ, ਮੈਂ ਕਿਉਂ, ਇਹ 'ਚ ਕੋਈ ਸੁਗੰਧ ਨਹੀਂ ਆਉਂਦੀ। ਮੈਂ ਦੱਸੋ, ਜੇ ਮੇਰੇ ਸੰਸਕਾਰ ਤਗੜੇ ਨਾ ਹੁੰਦੇ ਤਾਂ ਜਿਵੇਂ ਮੈਨੂੰ ਵਾਰੀ ਵਾਰੀ ਹੋਸਪਿਟਲ ਲੱਗ ਜਾਂਦਾ ਪੀਣ ਵਾਲਾ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਨਾ ਪੀਵੇ, ਉਹ ਉਦੋਂ ਚਾਹੁੰਦਾ ਜਦੋਂ ਉਹਨੂੰ ਅਕਲ ਆ ਜਾਂਦੀ ਹੈ। ਜਦੋਂ ਉਹਨੂੰ ਅਕਲ ਆ ਜਾਂਦੀ ਵੀ ਨਹੀਂ ਪੀਣੀ ਚਾਹੀਦੀ, ਪਰ ਉਸ ਤੋਂ ਛੱਡ ਨਹੀਂ ਹੁੰਦੀ, ਉਹ ਚਾਹੁੰਦਾ ਹੁਣ ਮੇਰੇ ਬੱਚੇ ਨਾ ਪੀਣ, ਨਹੀਂ ਤਾਂ ਪੀਣ ਵਾਲਾ ਦੂਜੇ ਨੂੰ ਕਹੇਗਾ ਆਓ ਜੀ ਇਹ। ਇਸ ਲਈ ਜੇ ਅਸੀਂ ਆਪ ਭਜਨ ਬੰਦਗੀ ਕਰਾਂਗੇ ਤਾਂ ਹੀ ਸਾਡੇ ਬੱਚੇ ਸਾਨੂੰ ਵੇਖ ਵੇਖ ਕੇ ਲੱਗਣਗੇ। ਮੰਨ ਲਓ ਮੈਂ ਆਪ ਹੀ ਕਦੇ ਗੁਰਦੁਆਰੇ ਨਹੀਂ ਗਿਆ ਅਤੇ ਬੱਚਿਆਂ ਨੇ ਫਿਰ ਅੱਗੇ ਕੀ ਜਾਣਾ। ਮਾਂ ਬਾਪ ਕੋਈ ਗੁਰਦੁਆਰੇ ਜਾਂਦੇ, ਨਾਲ ਛੋਟੇ ਬੱਚਾ ਹੁੰਦਾ ਹੈ, ਮੈਂ ਦੇਖਿਆ ਮਾਂ ਮੱਥਾ ਟੇਕ ਰਹੀ ਹੈ, ਬੱਚਾ ਕੋਲ ਖਲੋਤਾ ਵੇਖ ਰਿਹਾ ਹੁੰਦਾ, ਪਹਿਲਾਂ ਮਾਂ ਨੂੰ ਵੇਖਦੇ ਨੇ ਐਂ ਮੱਥਾ ਟੇਕਿਆ, ਫਿਰ ਬਾਅਦ 'ਚੋਂ ਟੇਕਦਾ, ਉਹਦੀ ਨਕਲ ਕਰਦਾ, ਬੱਚਾ ਨਕਲ ਤੋਂ ਸਿੱਖਦਾ। ਇਸ ਲਈ ਅਸੀਂ ਆਪ ਵੀ ਭਜਨ ਬੰਦਗੀ ਕਰਨੀ ਹੈ, ਆਪਣੇ ਬੱਚਿਆਂ ਨੂੰ ਵੀ ਪ੍ਰੇਰਨਾ ਹੈ ਕਿ ਭਾਈ ਉਹ ਵੀ ਥੋੜ੍ਹੀ ਬਹੁਤੀ ਇਸ ਪਾਸੇ ਨੂੰ ਲੱਗਣ, ਹੌਲੀ ਹੌਲੀ ਫਿਰ ਉਹਨਾਂ ਦੇ ਸੰਸਕਾਰ ਬਣ ਜਾਣਗੇ, ਆਪੇ ਸਭ ਕੁਝ ਠੀਕ ਹੋ ਜਾਏਗਾ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।